चक्र चिहन अर वर्ण जात, अर पात निहिन जह, रूप रंग अर रेख पे, को कह न सकत के। अचल मूर्त अनपव प्रकाश, अमित तोज कह जय, कोट इंद्रियंद्रान, साहे साहान गणिजय। तिरपवन महीप सुर नर सुर, नेत नेत वन तिरन कहत, त्वै सर्वनाम कथै कवन, कर्म नाम वर्णत समत। अस कृपान खंडो खड़ग, तुबक तवरि अरती, सैफ सरोही सहती, जह हमारे पीर। तीर तुही साथी तुही, तुही तवर तरवार, नाम तिहारो जो जपै, पै सिंध पव पार। काल तुही काली तुही, तुही तेगी अरतीर, तुही निशानी जीत की, आज तुही जगबीर। खड्ग केत में शरण तिहारी, आप हाथ दे लिहु उबारी। सर्व ठौर मोह सहाई, दुष्ट दोख ते लिहु बचाई। नमस्कार श्री खड्ग को, करो सुहित चित लाय, पूरन करो ग्रंथ है, तुम वे करो सहाय। मुकु चिरै शास्त्र खट, पिंग गिरन चढ़ जाय। अंड लखै बदरो सुनै, जो काल कृपा कराय। कहाँ बुद्ध प्रवत शिव हमारी, बरन सकै महिमा जो तिहारी। हम न सकत कर सिवत तुम्हारी, आप लिहो तुम कथा सुधारी। हम न सकत कर सिवत तुम्हारी, आप लिहो तुम कथा सुधारी। वाहेगुरु साहिब जियो, अथ उसके पुत्र को राज देत पे, 16 सहंसर राजसुता ब्याह कथनं सवैया। ऐसी दशा जब एह पी एह की, तब माय उमासुर की सुनताई। भूम के ऊपर चूम गिरी, शुद्ध वस्त्रन की चित्ते बिसराई।
ਪਾਏ ਨ ਡਾਰਤ ਭੀ ਪਨੀਆ। ਸੋ ਉਤਾਵਲ ਸੋ ਚੱਲ ਸਿਆਮ ਪੈ ਆਈ। ਦੇਖਤ ਸਿਆਮ ਕੋ ਰੀਝ ਰਹੀ। ਦੁਖ ਭੂਲ ਗਇਓ ਸੋ ਤੋ ਕੀਨ ਬਡਾਈ। ਅਥ ਉਸਕੇ ਪੁੱਤਰ ਕੋ ਰਾਜ ਦੇਤ ਭੇ। 16 ਸਹੰਸਰ ਰਾਜ ਸੁਤਾ ਵਿਆਹ ਕਥਨੰ ਸਵਈਆ। ਐਸੀ ਦਸ਼ਾ ਜਬ ਭੀ ਇਹ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ। ਇਸ ਬਾਣੀ ਵਿੱਚ ਆਪ ਜੀ ਨੇ ਖਾਲਸੇ ਪੰਥ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਕੋਈ ਪੁਰਾਣਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਅਵਤਾਰਾਂ ਦੇ ਪ੍ਰਸੰਗ ਹੈ, ਉਹਨਾਂ ਨੂੰ ਸੋਹਣਾ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ। ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਕੋਈ ਸਮੇਂ ਤੋਂ ਕ੍ਰਿਸ਼ਨ ਭਗਵਾਨ ਦੀ ਕਥਾ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਲਿਖੀ ਹੋਈ ਹੈ। ਉਸ ਦਾ ਉਲੱਥਾ ਮਹਾਰਾਜ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਸੀ। ਉਹ ਪ੍ਰਸੰਗ ਆਪਾਂ ਸੁਣਦੇ ਚਲੇ ਜਾ ਰਹੇ ਹਾਂ। ਇਸ ਤਰ੍ਹਾਂ ਜਿਹੜਾ ਭਮੋਸਤਰ ਦੈਂਤ ਹੈ, ਜਿਵੇਂ ਇਹਨੂੰ ਮਾਰਿਆ, ਇਸੇ ਤਰ੍ਹਾਂ ਫਿਰ ਉਹਨੇ 16,000 ਜਿਹੜੀ ਲੜਕੀ ਹੈ ਰਾਜਿਆਂ ਦੀ ਇਕੱਠੀ ਕਰਕੇ ਵੀ ਜਦੋਂ 20,000 ਜਾਂ 24,000 ਇਕੱਠਿਆਂ ਹੋ ਗਈ, ਫਿਰ ਇਕੱਠਿਆਂ ਨਾਲ ਮੈਂ ਵਿਆਹ ਕਰਾਵਾਂਗਾ। ਇਸ ਕਾਲ ਨਾਲ ਇਹਨੇ 16,000 ਤੱਕ ਇਕੱਠੀ ਕਰ ਲਈ ਸੀ। ਇਹ ਪੁਰਾਣਾ ਵਿੱਚ ਤਾਂ 16,100 ਲਿਖਿਆ ਹੈ। ਮਹਾਰਾਜ ਨੇ ਇੱਥੇ 16,000 ਹੀ ਲਿਖ ਦਿੱਤਾ। ਰਹੋ ਵਿਚਾਰੇ ਪੁਰਾਣਾ ਦੇ ਅੱਡੋ ਅੱਡੀ ਪ੍ਰਸੰਗ ਹੈ। ਇਸੇ ਤਰ੍ਹਾਂ ਇਹ ਜਿਹੜਾ ਭਮੋਸਤਰ ਹੈ ਵੀ ਧਰਤੀ ਦਾ ਪੁੱਤ ਸੀ। ਉਹ ਪੁਰਾਣਾ ਵਿੱਚ ਹੀ ਪ੍ਰਸੰਗ ਹੈ ਵੀ ਜਦੋਂ ਬ੍ਰਹਮ ਅਵਤਾਰ ਭਗਵਾਨ ਵਿਸ਼ਨੂੰ ਨੇ ਹਿਰਣਕਸ਼ ਪਾਸੋਂ ਵੇਦ ਤੇ ਧਰਤੀ ਲਿਆਉਣ ਵਾਸਤੇ ਉਹ ਧਾਰਨ ਕੀਤਾ ਸੀ। ਫਿਰ ਧਰਤੀ ਦੇ ਸੰਬੰਧ ਹੋਣ ਨਾਲ ਫਿਰ ਇਹ ਭਮੋਸਤਰ ਪੁੱਤਰ ਪੈਦਾ ਹੋ ਗਿਆ। ਇਹ ਜੀਵ ਕਿਸ ਤਰ੍ਹਾਂ ਦੀ ਇਹ ਪੁੱਤਰ ਪੈਦਾ ਹੋਣ ਦੀ ਕਥਾ ਹੈ। ਇਹ ਧਰਤੀ ਤਾਂ ਇੱਕ ਮਿੱਟੀ ਹੈ। ਮਿੱਟੀ ਵਿੱਚੋਂ ਵੀ ਕਿਵੇਂ ਪੈਦਾ ਹੋ ਗਿਆ, ਕੋਈ ਸ਼ੰਕਾ ਕਰ ਹੀ ਸਕਦਾ ਹੈ। ਜੇ ਭਲਾ ਕੋਈ ਕਹੇ ਵੀ ਆ ਦਰਖਤ ਕਿੱਥੋਂ ਪੈਦਾ ਹੋ ਜਾਂਦੇ, ਮਿੱਟੀ ਵਿੱਚੋਂ ਹੀ ਹੁੰਦੇ। ਕਣਕ ਕਿੱਥੋਂ ਹੁੰਦੀ, ਝੋਨਾ ਕਿੱਥੋਂ ਹੁੰਦਾ। ਜੇ ਇਹ ਜੰਮ ਸਕਦੇ ਇਹਦੇ ਤੋਂ ਪੈਦਾ ਹੋ ਸਕਦੇ ਹੈ। ਆ ਗੰਢ ਗੁੰਡੋਏ ਹੈ, ਹੋਰ ਕਈ ਆਸਾ ਪਠੂਹੇ ਜੇ ਹੈ ਸਭ। ਇਹ ਜਦੋਂ ਇਹ ਕੋਈ ਮੁੜਕਾ ਜਿਹਾ ਹੁੰਦਾ, ਪਸੂਨਾ ਜਿਹਾ ਹੁੰਦਾ, ਉਹਦੇ ਵਿੱਚੋਂ ਇਹ ਪੈਦਾ ਪੂਰਾ ਹੋ ਜਾਂਦੇ। ਇਹ ਸਵੇਤ ਦੀ ਖਾਣੀ ਕਿਹਾ ਵੀ ਮੁੜਕੇ ਤੋਂ ਪੈਦਾ ਹੁੰਦੀ ਹੈ। ਉਹ ਧਰਤੀ ਵਿੱਚ ਪਸੀਨਾ ਜਾ ਹੋਵੇ, ਮੁੜਕਾ ਜਾ ਹੋਵੇ, ਉੱਥੋਂ ਗੰਢ ਗੁੰਡੋਏ ਪੈਦਾ ਹੋ ਜਾਂਦੇ। ਹਾਲਾਂ ਜੋ ਆ ਗੋਹਾ ਜਿਹਾ ਹੈ, ਤੁਸੀਂ ਇਕੱਠਾ ਜਿਹਾ ਕਰਕੇ ਉਹਨੂੰ ਜਿਵੇਂ ਉਹ ਪਾਥੀ ਜਿਹੀ ਹੁੰਦੀ ਆ ਵੱਡੀ, ਸਾਰਾ ਪਾਥਾ ਜਿਹਾ ਬਣਾ ਕੇ ਉਹਨੂੰ ਧਰਤੀ 'ਤੇ ਰੱਖ ਦਿਓ। ਕੋਈ ਸਮੇਂ ਤੋਂ ਬਾਅਦ ਜਾਣੀ ਉੱਥੇ ਲੱਸੀ ਜੀ ਉਹਦੇ ਉੱਤੇ ਪਾਉਂਦੇ ਰਹੋ ਅਤੇ ਠੂਹੇ ਠੂਹੇ ਪੈਦਾ ਹੋ ਜਾਣਗੇ ਉਹ ਪਾਥੀ ਤੋਂ, ਗੋਹੇ ਤੋਂ।
ਜਾਣੀ ਇਸ ਤਰ੍ਹਾਂ ਦੇ ਵੀ ਉਹ ਕਈ ਵਾਰੀ ਕਹਿੰਦੇ ਵੀ ਇਹ ਤਾਂ ਕੋਈ ਪੁੱਤਰ ਪੈਦਾ ਨਹੀਂ ਹੋ ਸਕਦਾ ਧਰਤੀ ਤੋਂ, ਇਹ ਤਾਂ ਜਿਹੜਾ ਕੋਈ ਵਿਸ਼ਨੂੰ ਭਗਵਾਨ ਸ਼ਕਤੀ ਵਾਲਾ ਹੈ, ਉਹ ਜਿੱਥੋਂ ਮਰਜੀ ਪੈਦਾ ਕਰਦੇ, ਧੁਨੀ ਤੋਂ ਬ੍ਰਹਮਾ ਪੈਦਾ ਕਰਤਾ ਉਸਨੇ। ਇਹ ਨਾਭੀ ਕਵਲ ਸੀ, ਇਹਦਾ ਕਵਲ ਸੀ, ਧੁਨੀ ਵਿੱਚ ਪੈਦਾ ਹੋਇਆ। ਉਸ ਤੋਂ ਭਗਤ ਨਾਮਦੇਵ ਜੀ ਨੇ ਕੀ ਲਿਖਿਆ ਹੈ, ਪਹਿਲਪੁਰੀਏ ਪੁੰਡਰਕ ਬਨਾਤਾ ਚੇ ਹੰਸਾ ਕਵਲੇ, ਹੰਸਾ ਸਗਲੇ ਜਨਾ। ਇਹ ਸਭ ਤੋਂ ਪਹਿਲਾਂ ਜੋ ਕੀ ਪੁਰੀਆਂ ਦਾ ਮਾਲਕ ਵਿਸ਼ਨੂੰ ਹੈ, ਪਹਿਲਪੁਰੀਏ ਪੁੰਡਰਕ ਬਣਾ, ਉਹ ਤੋਂ ਪੁੰਡਰਕ ਨੂੰ ਕਵਲ ਫਲ ਦਾ ਵੀ ਕਵਲ ਫਲ ਬਣਿਆ, ਕਵਲ ਫਲ ਪੈਦਾ ਹੋਇਆ ਉਹਦੀ ਧੁਨੀ ਚੋਂ। ਤਾਚੇ ਹੰਸਾ ਵੀ ਉਸ ਤੋਂ ਫਿਰ ਹੰਸ ਦੀ ਅਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ। ਫਿਰ ਸਗਲਾ ਜਨਾ ਬ੍ਰਹਮਾ ਤੋਂ ਕਿ ਹੋਰ ਸਾਰੇ ਪੁਰਸ਼ ਪੈਦਾ ਹੋਏ। ਜੇ ਬ੍ਰਹਮਾ ਆਏ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਸਕਦਾ ਇੱਕ ਮਨੁੱਖ, ਤੇ ਧਰਤੀ 'ਚੋਂ ਕੋਈ ਐਸਾ ਪੈਦਾ ਕਰਨ ਵਾਲਾ ਕੋਈ ਅਣਹੋਈ ਗੱਲ ਨਹੀਂ ਹੈ। ਪਰ ਉਹ ਕਈ ਵਾਰੀ ਇਹੋ ਜਿਹੇ ਅਸੀਂ ਨਾ ਸਾਹਮਣੇ ਦੇਖ ਕੇ ਬਨਸਪਤੀ ਨੂੰ ਫਿਰ ਕਹਿੰਦੇ ਇਹ ਤਾਂ ਮਿਥਿਆਸ, ਇਹ ਤਾਂ ਝੂਠ ਹੈ ਜੀ, ਧਰਤੀ 'ਚੋਂ ਪੁੱਤਰ ਕਿਵੇਂ ਪੈਦਾ ਹੋ ਸਕਦਾ ਹੈ। ਇਹ ਖੇਤੀਬਾੜੀ, ਤਰ੍ਹਾਂ ਤਰ੍ਹਾਂ ਦੇ ਫਲ ਫਰੂਟ ਵਾਲੇ ਦਰਖਤ ਇਹ ਹੋ ਸਕਦੇ, ਤੇ ਉਹ ਪਰਮੇਸ਼ਰ ਨੂੰ ਕੀ ਹੈ, ਜਿੱਥੋਂ ਮਰਜ਼ੀ ਪੈਦਾ ਕਰਦੇ ਹੋ। ਅੱਜ ਕੱਲ੍ਹ ਹੁਣ ਨਵਾਂ ਚੱਲ ਪਿਆ ਟਿਊਬ ਬੇਬੀ, ਇਹਦੇ ਵਿੱਚ ਟਿਊਬ 'ਚੋਂ ਪੁੱਤ ਨਹੀਂ ਪੈਦਾ ਹੋਈ ਜਾਂਦਾ। ਫਿਰ ਕੀ ਕਰੋਗੇ ਤੁਸੀਂ? ਉਹ ਡਾਕਟਰ ਸਾਹਮਣੇ ਕਰਕੇ ਤੁਹਾਡੇ ਦਿਖਾਈ ਜਾਂਦੇ। ਰੋ ਵਿਚਾਰ ਇਸ ਤਰ੍ਹਾਂ ਜਿਹੜਾ ਇਹ ਭੂਮਾਸਤਰ ਧਰਤੀ ਦੇ ਨਾਲ ਸੰਬੰਧ ਹੋਣ ਤੋਂ ਪੈਦਾ ਹੋਇਆ ਸੀ। ਜਿਵੇਂ ਇਹਨੂੰ ਕ੍ਰਿਸ਼ਨ ਜੀ ਨੇ ਫਿਰ ਮਾਰ ਮੁਕਾਇਆ, ਫਿਰ ਇਹਦੇ ਪੁੱਤਰ ਨੂੰ ਰਾਜ ਭਾਗ ਦਿੱਤਾ ਸੀ। ਉਹ ਜਿਵੇਂ ਇਹਨੂੰ ਪੁੱਤਰ ਨੂੰ ਰਾਜ ਭਾਗ ਦਿੱਤਾ, ਫਿਰ ਜਿਹੜੀਆਂ ਇਹਨੇ ਰਾਜਿਆਂ ਦੀਆਂ ਲੜਕੀਆਂ 16,000 ਇਕੱਠੀਆਂ ਕੀਤੀਆਂ ਹੋਈਆਂ ਸੀ, ਉਹਨਾਂ ਨੂੰ ਲੈ ਕੇ ਦੁਆਰਕਾਪੁਰੀ ਵਿੱਚ ਆ ਗਏ ਸਨ। ਉਹ ਇਹ ਭਾਗਵਤ ਪੁਰਾਣ ਦੇ ਵਿੱਚ ਪ੍ਰਸੰਗ ਆਉਂਦਾ, ਉਹਦਾ ਉਲੱਸਿਆ ਮਹਾਰਾਜ ਜੀ ਨੇ ਬਾਣੀ ਵਿੱਚ ਕੀਤਾ ਹੈ। ਅਜੋ ਹੀ ਪ੍ਰਸੰਗ ਆ ਰਿਹਾ ਹੈ। ਅਥ ਉਸਕੇ ਪੁੱਤਰ ਕੋ ਰਾਜ ਦੇਤ ਭੇ, 16 ਸਹੰਸਰ ਰਾਜ ਸੁਤਾ ਵਿਆਹ ਕਥਨ। ਉਹ ਸ਼ਹਿਰ ਸ਼ੁਰ ਦਾ ਨਾਂ ਨਹੀਂ ਲਿਖਿਆ ਗੁਰੂ ਕਲਗੀਧਰ ਜੀ ਨੇ। ਹੁਣ ਜੇ ਪੁਰਾਣਾ ਵਿੱਚ ਲਿਖਿਆ ਵੀ ਜੇ ਸ਼ਹਿਰ ਦਾ ਪਹਿਲਾ ਨਾਮ ਸੀ ਪ੍ਰਾਗ ਜੋਤਿਸ਼ਪੁਰ, ਅੱਜ ਕੱਲ੍ਹ ਹੈ ਗੁਹਾਟੀ ਸ਼ਹਿਰ। ਇਹ ਗੁਹਾਟੀ ਸ਼ਹਿਰ ਦੇ ਵਿੱਚ ਪੈਦਾ ਹੋਇਆ ਸੀ, ਤੇ ਇੱਥੋਂ ਦਾ ਹੀ ਰਾਜਾ ਸੀ ਭਮਾਸਰ ਭੂਦਿੰਤ। ਜਿਵੇਂ ਇਹਦਾ ਪੁੱਤਰ ਸੀ ਉਹਨੂੰ ਰਾਜ ਭਾਗ ਦਿੱਤਾ। ਪੁੱਤਰ ਦਾ ਨਾਂ ਭਾਵੇਂ ਇੱਥੇ ਨਹੀਂ ਲਿਖਿਆ ਹੈ, ਪਰ ਵਿਸ਼ਨ ਪੁਰਾਣ ਦੇ ਵਿੱਚ ਕਾਹਨ ਸਿੰਘ ਨਾਭਾ ਨੇ ਲਿਖਿਆ ਉਹਦਾ ਨਾਂ ਸੀ ਭਗਦੱਤ। ਇਹਦਾ ਅੱਗੇ ਜਿਹੜਾ ਪੋਤਰਾ ਸੀ ਉਹਦਾ ਨਾਂ ਸੀ ਬਜਰਦੱਤ। ਰਾਹ ਵਿਚਾਰ ਕਹਿੰਦਾ ਇਸ ਤਰ੍ਹਾਂ ਉਸਕੇ ਪੁੱਤਰ ਕੋ ਰਾਜ ਦੇਤ ਪਏ। ਹੁਣ ਜਿਵੇਂ ਉਹਦੇ ਪੁੱਤਰ ਭਗਦੱਤ ਨੂੰ ਉਹ ਕ੍ਰਿਸ਼ਨ ਜੀ ਨੇ ਰਾਜ ਭਾਗ ਦਿੱਤਾ, ਤੇ ਫਿਰ ਜਿਹੜੀਆਂ 16,000 ਰਾਜਿਆਂ ਦੀਆਂ ਲੜਕੀਆਂ ਨੇ ਇਕੱਠੀਆਂ ਕੀਤੀਆਂ ਸੀ ਭੂਮਾਸਰ ਦੈਂਤ ਨੇ, ਉਹਨਾਂ ਨੂੰ ਵਿਆਹ ਕੇ ਦੁਆਰਕਾ ਵਿੱਚ ਲੈ ਆਂਦਾ। ਉਹ ਪ੍ਰਸੰਗ ਕਹਿੰਦੇ ਕਥਨ ਕਰਦੇ ਅਸੀਂ। ਸਵਈਆ ਐਸੀ ਦਸ਼ਾ ਜਬ ਭੀ ਇਹ ਕੀ। ਇਸ ਤਰ੍ਹਾਂ ਦੇ ਜਦੋਂ ਕਹਿੰਦੇ ਭੂਮਾਸਰ ਦੀ ਹਾਲਤ ਹੋ ਗਈ ਵੀ ਉਹ ਇੱਕੋ ਸ੍ਰੀ ਸਾਹਿਬ ਤੀਰ ਚਲਾਉਣ ਨਾਲ ਤੇ ਧਰਤੀ ਤੇ ਚੜਾਕ ਦੇ ਕੇ ਜਿੱਡ ਪਿਆ, ਤੇ ਤੀਰ ਵੀ ਐਸਾ
ਚਲਾਕੀ ਨਾਲ ਚਲਾਇਆ, ਉਹਨੂੰ ਖੂਨ ਨਹੀਂ ਲੱਗਿਆ ਹੈ, ਛੋਇਆ ਹੈ। ਜਦੋਂ ਇਸ ਤਰ੍ਹਾਂ ਦੇ ਇਹਦੀ ਹਾਲਤ ਹੋ ਗਈ, ਜਾਣੀ ਭਮਾਸਰ ਮਰ ਗਿਆ। ਤਬ ਮਾਏ ਭਮਾਸਰ ਕੀ ਸੁਨ ਧਾਈ। ਫਿਰ ਜਿਹੜੀ ਇਹ ਭਮਾਸਰ ਰਹਿਣ ਦੀ ਮਾਂ ਸੀ, ਉਹ ਕਹਿੰਦੇ ਉੱਠ ਕੇ ਦੌੜੀ ਆਪਣੇ ਘਰ ਤੋਂ, ਗੁਹਾਟੀ ਤੋਂ ਚੱਲੀ ਹੈ। ਝੂਮ ਕੇ ਉੱਪਰ ਝੂਮ ਗਿਰੀ। ਪਹਿਲਾਂ ਤਾਂ ਪੁੱਤ ਦਾ ਮਰਨਾ ਸੁਣ ਕੇ ਧਰਤੀ ਉੱਪਰ ਝੂਮ ਕੇ ਹਟਣੀ ਜੀ ਖਾ ਕੇ ਡਿੱਗ ਪਈ ਵਿਚਾਰੀ। ਸੁਧ ਬਸਤਰਨ ਕੀ ਚਿੱਤ ਤੇ ਬਿਸਰਾਈ। ਆਪਣੇ ਚਿੱਤ ਵਿੱਚੋਂ ਵੀ ਚਲੋ ਮੈਂ ਕੋਈ ਬਸਤਰੀ, ਕੋਈ ਚੁੰਨੀ ਵਗੈਰਾ ਲੈ ਲਾ ਆਪਣੇ ਸਿਰ ਤੇ। ਮੇਰੇ ਬਸਤਰ ਵੀ ਸਿਰ ਤੇ ਲੈਣ ਦੀ ਇਹਨੇ ਚਿੱਤ ਵਿੱਚੋਂ ਸਾਰੀ ਹੋਸ਼ ਭੁਲਾਤੀ ਹੈ। ਕੋਈ ਸਿਰ ਤੇ ਕਪੜਾ ਵੀ ਨਹੀਂ ਲਿਆ ਇਸਨੇ। ਪਾਏ ਨ ਡਾਰਤ ਭੀ ਪੰਨਿਆ। ਇਹਦੇ ਮਾਂ ਨੇ ਇੰਨੀ ਤੇਜ਼ੀ ਕੀਤੀ ਹੈ, ਇੰਨੀ ਕਾਹਲੀ ਕੀਤੀ ਹੈ, ਪੈਰ ਵਿੱਚ ਜੁੱਤੀ ਵੀ ਨਹੀਂ ਪਾਈ ਹੈ। ਸੋ ਉਤਾਵਲ ਸੋ ਚੱਲ ਸ਼ਾਮ ਭਿਆਈ। ਬੜੀ ਕਾਹਲੀ ਨਾਲ ਚਲਦੀ ਹੋਈ ਕ੍ਰਿਸ਼ਨ ਭਗਵਾਨ ਕੋਲਾ ਪਹੁੰਚੀ ਹੈ। ਦੇਖਤ ਸ਼ਾਮ ਕੋ ਰੀਝ ਰਹੀ। ਕ੍ਰਿਸ਼ਨ ਭਗਵਾਨ ਦਾ ਹੁਣ ਸੋਹਣਾ ਸਰੀਰ ਸੀ, ਇਸ ਨੂੰ ਦੇਖ ਦੇਖ ਕੇ ਇਹ ਭਮਾਸਰ ਰਹਿਣ ਦੀ ਮਾਂ ਬੜੀ ਪ੍ਰਸੰਨ ਹੋ ਰਹੀ ਹੈ। ਦੁੱਖ ਭੂਲ ਗਇਓ ਸੁਤ ਕੀਨ ਵਡਾਈ। ਹਾਂ, ਕਹਿੰਦੇ ਆਪਣੇ ਪੁੱਤਰ ਦੇ ਮਰਨ ਦਾ ਦੁੱਖ ਹੀ ਇਹ ਮਾਂ ਨੂੰ ਭੁੱਲ ਗਿਆ, ਤੇ ਰੋਣਾ ਤਾਂ ਕੀ ਸੀ, ਸਗੋਂ ਕ੍ਰਿਸ਼ਨ ਭਗਵਾਨ ਦੀ ਵਡਿਆਈ ਕਰਨ ਲੱਗ ਪਈ ਹੈ। ਸੋ ਤੋਂ ਕੀਨ ਵਡਿਆਈ ਕਰਨ ਲੱਗ ਪਈ। ਸੋ ਤੋਂ ਉਹਦੇ ਤਾਂ ਮੁੱਖ ਪਾਠ ਵੀ ਆਉਂਦਾ ਹੈ। ਮੁੱਖ ਸੋ ਤੋਂ ਉਹਦੇ ਤਾਂ ਮੁੱਖ। ਕਹਿੰਦੇ ਇਸ ਤਰ੍ਹਾਂ ਦੁੱਖ ਭੂਲ ਗਿਆ, ਮੁੱਖ ਕੀਨ ਵਡਾਈ। ਦੂਜਾ ਪਾਠ ਮੁੱਖ ਹੈ। ਦੁੱਖ ਤਾਂ ਭੁੱਲ ਗਿਆ, ਮੁੱਖ ਤੋਂ ਵਡਿਆਈ ਕੀਤੀ ਕ੍ਰਿਸ਼ਨ ਜੀ ਦੀ। ਦੋਹਰਾ ਬਹੁ ਉਸਤਤ ਜਦ ਪਤ ਕਰੀ। ਕ੍ਰਿਸ਼ਨ ਭਗਵਾਨ ਜੀ ਦੀ ਬਹੁਤ ਹੀ ਇਹਨੇ ਉਸਤਤੀ ਸ਼ਲਾਘਾ ਕੀਤੀ ਹੈ। ਕੀਨ ਲੀਨੋ ਸ਼ਾਮ ਰਜਾ। ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਨੂੰ ਮਾਂ ਨੇ ਖੁਸ਼ ਕਰ ਲਿਆ ਹੈ। ਪੌਤਰ ਆਨ ਪਾਏ ਨ ਡਰਿਓ। ਫਿਰ ਆਪਣਾ ਜਿਹੜਾ ਪੋਤਰਾ ਸੀ, ਜਿਹਦਾ ਨਾਂ ਸੀ ਬਜਰ ਦੱਤ, ਉਹਨੂੰ ਲਿਆ ਕੇ ਚਰਨੀ ਪਾਇਆ ਕ੍ਰਿਸ਼ਨ ਜੀ ਦੇ। ਸੋ ਲੀਨੋ ਬਖਸ਼ਾ। ਸੋ ਲੀਨੋ ਬਖਸ਼ਾਏ। ਪੋਤਰ ਆਨ ਪਾਏ ਨ ਡਰਿਓ, ਸੋ ਲੀਨੋ ਬਖਸ਼ਾਏ। ਕਹਿੰਦੇ ਉਹਨੂੰ ਬਖਸ਼ਾ ਲਿਆ, ਉਹਨੂੰ ਜਾਣੀ ਜਿਉਂਦਾ ਬਚਾ ਲਿਆ ਹੈ ਮਾਂ ਨੇ। ਸਵਈਆ ਭੂਪਤ ਤਾਹੀ ਕੋ ਬਾਲਕ ਥਾਪ। ਇਹ ਜਿਹੜਾ ਉਹਦਾ ਬੱਚਾ ਸੀ ਭਗਦੱਤ ਭਮਾਸਰ ਰਹਿਣ ਦਾ, ਉਹਨੂੰ ਕਹਿੰਦੇ ਭੂਪਤ ਰਾਜਾ, ਸਾਬਤਾ ਰਾਜਾ ਬਣਾ ਦਿੱਤਾ। ਕਿਰਪਾ ਨਿਧ ਛੋਰਨ ਬੰਦ ਸਿਧਾਇਓ। ਜੋ ਕਿਰਪਾ ਦੇ ਖਜ਼ਾਨਾ ਭਗਵਾਨ ਕ੍ਰਿਸ਼ਨ ਜੀ ਹਨ। ਫਿਰ ਜਿੱਥੇ ਬੰਦ ਕੇ ਬੰਦੀ ਖਾਨਾ ਸੀ, ਕੈਦ ਖਾਨਾ ਸੀ, ਉੱਥੇ ਉਹ ਜਿਹੜੀਆਂ ਰਾਜਿਆਂ ਦੀਆਂ ਲੜਕੀਆਂ ਉਹਨਾਂ ਨੂੰ ਛਡਾਉਣ ਵਾਸਤੇ ਚਲੇ ਗਏ। 16 ਸਹੰਸਰ ਭੂਪਤ ਕੀ। ਕਹਿੰਦੇ 16,000 ਰਾਜਿਆਂ ਦੀਆਂ ਇਹ ਲੜਕੀਆਂ ਸੀ। ਦੋਹਤਾ ਥੀ ਜਹਾ ਤੇ ਠੌਰਹਿ ਆਇਓ। ਹਾਂ, ਜਿੱਥੇ ਲੜਕੀਆਂ ਕੈਦ ਕੀਤੀਆਂ ਸੀ ਨਾ ਇਹ ਭਮਾਸਰ ਰਹਿੰਦੀ, ਉਹ ਜਗ੍ਹਾ ਤੇ ਕ੍ਰਿਸ਼ਨ ਜੀ ਫਿਰ ਉਹ ਜੇਲ੍ਹ ਖਾਨੇ ਵਿੱਚ ਚਲ ਕੇ ਆਏ। ਸੁੰਦਰ ਹੇਰ ਕਸ਼ਾਮ ਜੂ ਕੋ। ਆਹ ਜਿਹੜੀਆਂ ਰਾਜਿਆਂ ਦੀਆਂ 16,000 ਲੜਕੀਆਂ ਕ੍ਰਿਸ਼ਨ ਜੀ ਨੂੰ ਸੁੰਦਰ ਰੂਪ ਵਿੱਚ ਵੇਖ ਕੇ ਤਿੰਨ ਤ੍ਰੀਅਨ ਕੋ ਅਤ ਚਿਤ ਲੁਭਾਇਓ। ਜਿੰਨੀਆਂ ਤ੍ਰੀਮਤਾਂ ਉਹਨਾਂ ਦਾ ਚਿੱਤ ਬੜਾ ਲੁਭਾਏ ਮਾਨ ਹੋ ਗਿਆ। ਯਾ ਲਖ ਪਾਏ ਵਿਵਾਹ ਸਭੋ। ਇਸ ਤਰ੍ਹਾਂ ਜਾਣ ਕੇ ਸਾਰੀਆਂ ਨੂੰ ਕਹਿੰਦੇ ਵਿਵਾਹ
लिया इसने कृष्ण जी ने। ਕਰ ਸ਼ਾਮ ਭਨੇ ਜਸ ਸੋ ਡੰਕ ਕਰ ਸੋ ਸਭੋ ਕਰ ਸ਼ਾਮ ਭਨੇ ਜਸ ਡੰਕ ਵਜਾਇਓ। श्याम कवि जी कहते इस तरह कहते हो 16,000 लड़कियां वाह के जस दा डंका बजाया गुआठी विच। ਚੌਪਈ ਜੇ ਸਭ ਜੋਰ ਭੁਮਾਸਰ ਰਾਖੀ। ਜਿਹੜੀਆਂ ਇਹ ਕਹਿੰਦੇ 16,000 ਰਾਜਿਆਂ ਦੀਆਂ ਲੜਕੀਆਂ ਭੁਮਾਸਰ ਦੇ ਨੇ ਜੋੜ ਕੇ ਇਕੱਠੀਆਂ ਕਰਕੇ ਰੱਖੀਆਂ ਸੀ। ਕਹਿ ਲਗ ਗਨੋ ਤਿਨਨ ਕੀ ਸਾਖੀ। ਉਹਨਾਂ ਦੀ ਜਿਹੜੀ ਸਾਖੀ ਕਹਾਣੀ ਜੀ ਹੈ ਵਾਰਤਾ ਜੀ ਕਿੱਥੋਂ ਤੱਕ ਮੈਂ ਗਿਣਾ ਕਿੱਥੋਂ ਤੱਕ ਵਿਚਾਰ ਕੇ ਦੱਸਾਂ। ਤਿਨਿਓ ਕਹਿਓ ਇਹੀ ਹਉ ਕਰ ਹੋ। ਕਹਿੰਦੇ ਭੁਮਾਸਰ ਨੇ ਇਉਂ ਕਿਹਾ ਸੀ ਵੀ ਇਸ ਤਰ੍ਹਾਂ ਮੈਂ ਕਰਾਂਗਾ। 20,000 ਏਕਠੀ ਬਰ ਇਹ ਹੋ। ਤਾਂ 16,000 ਹੀ ਹੋਈਆਂ ਜਦੋਂ 4,000 ਹੋਰ ਹੋ ਗਈਆਂ 20,000 ਹੋ ਗਈਆਂ ਨਾ ਇਕੱਠੀਆਂ। ਫਿਰ ਇੱਕੇ ਦਿਨ ਮੈਂ ਇਕੱਠੀਆਂ ਨੂੰ ਕਹਿੰਦੇ ਵਿਆਹਾਂਗਾ ਬਰਾਂਗਾ। ਦੋਹਰਾ ਜੁੱਧ ਸਮੈ ਅਤ ਕੋ ਕ੍ਰੋਧ ਹੋਏ। ਹਾਂ ਇਸ ਤਰ੍ਹਾਂ ਜਦ ਦੇ ਸਮੇਂ ਬਹੁਤ ਗੁੱਸੇ ਵਿੱਚ ਹੋ ਕੇ ਜਦ ਪਤ ਵੱਧ ਕਹਿ ਤਾ। ਕ੍ਰਿਸ਼ਨ ਜੀ ਨੇ ਉਹ ਭੁਮਾਸਨ ਰਹਿਤ ਨੂੰ ਮਾਰ ਦਿੱਤਾ। ਸੋ ਰਹਿ ਸਹੰਸਰ ਸੁੰਦਰੀ। ਜਿਹੜੀਆਂ 16,000 ਸੁੰਦਰ ਲੜਕੀਆਂ ਸਨ ਆਪਹਿ ਲਈ ਵਿਵਾਹ। ਆਪ ਹੀ ਕਹਿੰਦੇ ਇਹਨੇ ਵਿਵਾਹ ਲਈਆਂ ਉਹਨਾਂ ਨਾਲ ਸ਼ਾਦੀ ਆਪ ਕਰ ਲਈ। ਸਵਈਆ ਜੁੱਧ ਸਮੈ ਅਤ ਕ੍ਰੋਧ ਹੋਏ ਸ਼ਿਆਮ ਜੂ। ਜੁੱਧ ਦੇ ਸਮੇਂ ਕ੍ਰਿਸ਼ਨ ਭਗਵਾਨ ਜੀ ਬਹੁਤ ਗੁੱਸੇ ਵਿੱਚ ਹੋ ਕੇ ਸਤਰ ਸਭੈ ਛਿਨ ਮਾਹਿ ਪਛਾਰੇ। ਇਹਨੇ ਆਪਣੇ ਬੈਰੀ ਸਨ ਉਹ ਸਾਰੇ ਛਿੰਦੇ ਵਿੱਚ ਹੀ ਪਟਕਾ ਮਾਰੇ। ਰਾਜ ਦਇਓ ਫਿਰ ਤਾ ਸੁਤ ਕੋ। ਫਿਰ ਉਹਦਾ ਜਿਹੜਾ ਪੁੱਤਰ ਭਗਤ ਸੀ ਉਹਨੂੰ ਰਾਜ ਭਾਗ ਦੇ ਦਿੱਤਾ। ਸੁਖ ਦੇਤ ਭਇਓ ਤਿਨ ਸ਼ੋਕ ਨਿਵਾਰੇ। ਉਹਨੂੰ ਸੁਖ ਦਿੱਤਾ ਹੈ ਉਹਨੇ ਸ਼ੋਕ ਜਿਹੜਾ ਹੈ ਨਿਵਰਤ ਕਰ ਦਿੱਤਾ ਹੈ। ਜਾਂ ਉਹਨੂੰ ਸੁਖ ਬਖਸ਼ਿਆ ਉਹਦੇ ਸ਼ੋਕ ਸਾਰੇ ਨਿਵਰਤ ਕਰ ਦਿੱਤੇ ਭਗਵਾਨ। ਫਿਰ ਬਰਿਓ ਤ੍ਰਿਯ ਸੋ ਰਹਿ ਸਹੰਸਰ ਸੋ। ਉਦੋਂ ਬਾਅਦ ਜਿਹੜੀਆਂ ਹਜ਼ਾਰ ਲੜਕੀਆਂ ਹਨ ਉਹਨੂੰ ਬਰ ਲਿਆ ਵਿਆਹ ਲਿਆ। ਤਾਪੁਰ ਮੈਂ ਅਤ ਕਹਿ ਅਖਾਰੇ। ਫੇਰ ਬਰਿਓ ਤ੍ਰਿ ਸੋਰਾ ਸਹੰਸਰ ਸੋ ਤਾਪੁਰ ਮੈਂ ਉਸ ਕਹਿੰਦੇ ਗੁਹਾਟੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਬੜਾ ਭਾਰੀ ਜੰਗ ਅਖਾੜਾ ਕਰਕੇ ਵਿਪਨ ਦਾਨ ਦੈ ਲੈ ਤਿੰਨ ਕੋ ਸੰਗ। ਫਿਰ ਬੁਲਾ ਕੇ ਗੁਹਾਟੀ ਸ਼ਹਿਰ ਦੇ ਬ੍ਰਾਹਮਣਾਂ ਨੂੰ ਦਾਨ ਦਿੱਤਾ। ਉਹਨਾਂ ਨੇ ਲੈ ਕਰਕੇ ਦਾਨ ਦਵਾਰਵਤੀ ਜਦ ਰਾਜ ਸਿਧਾਰੇ। ਉਦੋਂ ਬਾਅਦ ਗੁਹਾਟੀ ਤੋਂ ਚੱਲੇ ਹਨ ਤੇ ਕ੍ਰਿਸ਼ਨ ਭਗਵਾਨ ਦੁਆਰਕਾ ਵੱਲ ਨੂੰ ਚਲੇ ਆਏ ਹਨ। ਸਵਈਆ ਸੋਰਹ ਸਹੰਸਰ ਕੋ ਸੋਰਹ ਸਹੰਸਰ ਹੀ। ਦੁਆਰਕਾ ਵਿੱਚ ਆ ਕੇ ਜਿਹੜੀਆਂ 16,000 ਲੜਕੀਆਂ ਹਨ ਉਹਨਾਂ 16,000 ਹੀ ਧਾਮ ਦੀਏ ਸੋ ਹੁਲਾਸ ਵਡੈ ਕੈ। ਇਸ ਤਰ੍ਹਾਂ 16,000 ਹੀ ਅੱਡੋਡੀ ਉਹਨਾਂ ਨੂੰ ਇੱਕ ਮਕਾਨ ਬਣਾ ਦਿੱਤਾ। ਬੜਾ ਆਨੰਦ ਵਧਾਇਆ ਹੈ। ਦੇਤ ਭਇਓ ਸਭ ਤ੍ਰਿਅਨ ਕੋ ਸੁਖ। ਹਾਂ ਤ੍ਰਿਮਤਾ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਸੁਖ ਦਿੱਤੇ ਨਾਨਕ। ਰੂਪ ਅਨੇਕਨ ਭਾਂਤ ਬਨੈ ਕੈ। ਕ੍ਰਿਸ਼ਨ ਜੀ ਨੇ ਅਨੇਕਾਂ ਤਰ੍ਹਾਂ ਦੇ ਸਰੂਪ ਬਣਾ ਲਏ। ਜਿੰਨੀਆਂ ਇਹ ਲੜਕੀਆਂ ਉਹਨਾਂ ਹੀ ਸਰੀਰ ਧਾਰ ਲਏ ਹਨ। ਐਸੇ ਲਖਿਓ ਸਭੂ ਹਮਰੇ ਗ੍ਰਹਿ। ਜਿੰਨੀਆਂ ਇਹ ਕਹਿੰਦੇ ਵਿਆਹ ਕੇ ਲਿਆਂਦੀਆਂ ਸਾਰਿਆਂ ਨੇ ਉਹੀ ਜਾਣਿਆ ਵੀ ਸਾਡੇ ਘਰ ਦੇ ਵਿੱਚ ਸ਼ਾਮ ਬਸੈ ਨ ਬਸੈ ਅਨ ਤੈ ਕੈ। ਸਾਡੇ ਘਰ ਵਿੱਚ ਹੀ ਕ੍ਰਿਸ਼ਨ ਭਗਵਾਨ ਜੀ ਵਸ ਰਹੇ ਹੋਰ ਨਹੀਂ ਕਿਸੇ ਦੇ ਘਰ ਵਸ ਰਹੇ ਹਨ। ਸਭ ਇਹੀ ਸਮਝੀਆਂ ਮੇਰੇ ਘਰੇ ਰਹਿ ਰਿਹਾ ਹੈ। ਸੋ ਕਬ ਸ਼ਾਮ ਪੁਰਾਨਨ ਤੇ। ਓਏ ਸ਼ਿਆਮ ਕਵੀ ਜੀ ਕਹਿੰਦੇ ਜੋ ਇਹ ਪੁਰਾਣਾ ਵਿੱਚ ਕਥਾ ਲਿਖੀ ਹੋਈ ਹੈ। ਸੁਨ ਭੇਦ ਕਹਿਓ ਸਭ ਸੰਤ ਸੁਨੈ ਕੈ। ਹਾਏ ਸੰਤੋ ਮੈਂ ਸੁਣ ਕੇ ਸਾਰਾ ਭੇਦ ਤੁਹਾਨੂੰ ਸੁਣਾ ਕੇ ਕਹਿ ਦਿੱਤਾ ਵੀ ਪੁਰਾਣਾ ਵਿੱਚ ਲਿਖਿਆ 16,000 ਸੀ। 16,000 ਹੀ ਫਿਰ ਮਕਾਨ ਬਣਾ ਦਿੱਤਾ। 16,000 ਹੀ ਆਪਣੇ ਸਰੀਰ ਧਾਰ ਲਏ ਸੀ।
ਇਸ ਤਰ੍ਹਾਂ ਹਰ ਇੱਕ ਦੇ ਘਰ ਦੇ ਵਿੱਚ ਰਹਿਣ ਲੱਗ ਪਿਆ ਸੀ। ਇਤ ਭਮਾਸੁਰ ਬਧ ਹੈ ਸੁਤ ਕੋ ਰਾਜ ਦੇਤ ਸੋਰਹ ਸਹੰਸਰ ਰਾਜ ਸੁਤਾ ਵਿਵਾਹਤ ਭਏ। ਆ ਜਿਹੜਾ ਭਮਾਸੁਰ ਨੇ ਤੈਨੂੰ ਮਾਰ ਕੇ ਪੁੱਤਰ ਨੂੰ ਰਾਜ ਦਿੱਤਾ, 16,000 ਜਿਹੜੀਆਂ ਰਾਜਿਆਂ ਦੀਆਂ ਲੜਕੀਆਂ ਸੀ ਵਿਆਹੀਆਂ, ਉਹ ਵਿਆਹ ਕੇ ਆਏ। ਇਹ ਜਿਹੜਾ ਪ੍ਰਸੰਗ ਹੈ ਤੇ ਇਤੀ ਹੋਇਆ ਸਮਾਪਤ ਹੋ ਗਿਆ। ਸਵਈਆ ਆਓ ਸੁਖ ਦੈ ਤਿਨ ਤ੍ਰਿਅਨ ਕੋ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਉਹ ਜਿਹੜੀਆਂ 16,000 ਤ੍ਰੀਮਤਾਂ ਲੈਂਦੀਆਂ ਉਹਨੂੰ ਤਰ੍ਹਾਂ ਤਰ੍ਹਾਂ ਦੇ ਸੁਖ ਸਹੂਲਤਾਂ ਦੇ ਕੇ ਫਿਰ ਸ਼ਾਮ ਪੁਰੰਦਰ ਲੋਕ ਸਿਧਾਇਓ। ਫਿਰ ਕ੍ਰਿਸ਼ਨ ਜੀ ਕਹਿੰਦੇ ਆਪਣੀ ਮੌਜ ਵਿੱਚ ਇੰਦਰ ਲੋਕ ਵਿੱਚ ਚਲੇ ਗਏ, ਸਵਰਗ ਵਿੱਚ ਚਲੇ ਗਏ। ਕੰਕਨ ਕੁੰਡਲ ਦੇਤ ਭਇਓ। ਕਿਉਂਕਿ ਇੰਦਰ ਰਾਜੇ ਨੇ ਆ ਕੇ ਭਮਾਸੁਰ ਰਹਿਣ ਦਾ ਦੁੱਖ ਸੁਣਾਇਆ ਸੀ ਵੀ ਮੇਰੇ ਤੇ ਉੱਪਰ ਵਾਲਾ ਮੈਨੂੰ ਬੜਾ ਤੰਗ ਕਰਦਾ ਹੈ। ਇਸ ਕਰਕੇ ਜਦੋਂ ਕ੍ਰਿਸ਼ਨ ਜੀ ਉਹ ਦੇਵ ਲੋਕ ਵਿੱਚ ਗਏ, ਸੋਨੇ ਦੇ ਜੇ ਕੜੇ ਹੈ ਤੇ ਕੰਨਾਂ ਵਿੱਚ ਪਾਉਣ ਵਾਲੇ ਕੁੰਡਲ ਜੀ ਉਹਨੇ ਭੇਟਾ ਕੀਤੇ ਹਨ ਇਹਨਾਂ ਨੂੰ। ਤੇ ਪਾਏ ਕਸ਼ੋਕ ਸਭੈ ਬਿਸਰਾਇਓ। ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਪਾ ਕੇ ਸਾਰਾ ਸ਼ੋਕ ਭੁਲਾਇਆ ਹੈ। ਸੁੰਦਰ ਏਕ ਪਿਖਿਓ ਤੇ ਰੂਖ। ਸਵਰਗ ਲੋਕ ਦੇ ਵਿੱਚ ਹੀ ਇੱਕ ਜਿਹੜਾ ਕਲ ਬਿਰਸ਼ ਰੱਖਾ ਤਾਂ ਬੜਾ ਸੋਹਣਾ ਵੇਖਿਆ ਕ੍ਰਿਸ਼ਨ ਜੀ ਨੇ। ਤਿਹੀ ਪਰ ਸ਼ਾਮ ਕੋ ਚਿੱਤ ਲੁਭਾਇਓ। ਉਹ ਕਲ ਬਿਰਸ਼ ਨੂੰ ਦੇਖ ਕੇ ਕ੍ਰਿਸ਼ਨ ਜੀ ਦਾ ਚਿੱਤ ਲਵਾਇਮਾਨ ਹੋ ਗਿਆ। ਮੰਗਤ ਭਇਓ ਨਾ ਦਇਓ ਸੁਰ ਰਾਜ। ਤੇ ਉਸ ਵੇਲੇ ਕ੍ਰਿਸ਼ਨ ਜੀ ਨੇ ਇੰਦਰ ਦੇਵਤੇ ਕੋਲੋਂ ਕਲ ਬਿਰਸ਼ ਮੰਗਿਆ ਵੀ ਇਹ ਦਰਖਤ ਮੈਨੂੰ ਦੇ ਦੇ, ਮੈਂ ਇਹਨੂੰ ਦਵਾਰਕਾ ਵਿੱਚ ਜਾਂ ਬਿੰਦਰਾ ਵਿੱਚ ਲਿਜਾਣਾ ਹੈ। ਕਹਿੰਦੇ ਉਹਨੇ ਦਿੱਤਾ ਨਹੀਂ ਹੈ। ਤਹੀ ਹਰਸ਼ੋ ਹਰ ਜੁਧ ਮਚਾਇਓ। ਉੱਥੇ ਫਿਰ ਇੰਦਰ ਦੇ ਨਾਲ ਕ੍ਰਿਸ਼ਨ ਜੀ ਨੇ ਫਿਰ ਜੰਗ ਸ਼ੁਰੂ ਕਰ ਦਿੱਤਾ ਵੀ ਦਿੰਦਾ ਕਿ ਨਹੀਂ ਤੂੰ। ਸਵਈਆ ਰਿਸ ਰਾਜ ਪੁਰੰਦਰ ਸੈਨ ਚੜਿਓ। ਉਸ ਵੇਲੇ ਕਹਿੰਦੇ ਜਿਹੜਾ ਇੰਦਰ ਦੇਵਤਾ ਹੈ ਗੁੱਸੇ ਵਿੱਚ ਹੀ ਆ ਕੇ ਫੌਜ ਲੈ ਕੇ ਕ੍ਰਿਸ਼ਨ ਉੱਪਰ ਚੜ ਪਿਆ। ਚੱਲ ਕੇ ਸਭ ਸ਼ਾਮ ਕੇ ਸਾਹਮਣੇ ਆਏ। ਜਿੰਨੇ 33 ਕਰੋੜ ਦੇਵ ਇੰਦਰ ਸਮੇਤ ਚੱਲ ਕੇ ਕ੍ਰਿਸ਼ਨ ਉੱਪਰ ਜੀ ਆ ਗਏ। ਘੋਰਤ ਮੇਘ ਲਸੈ ਚਪਲਾ। ਉਸ ਵੇਲੇ ਬੱਦਲ ਗਰਜਦੇ ਹਨ, ਬਿਜਲੀ ਲਿਸ਼ਕਦੀ ਹੈ। ਬਰਖਾ ਬਰਸੈ ਰਥ ਸਾਜ ਬਣਾਏ। ਬੱਦਲ ਵੀ ਬਰਸਦੇ ਹੈ, ਰਥ ਤੇ ਸਾਜ ਬਣਾਏ ਹੈ। 96 ਕਰੋੜੀ ਮੇਘਮਾਲਾ ਵੀ ਲਿਆਂਦੀ ਹੈ। ਦੁਆਦਸ ਸੂਰਜ ਸਭੈ ਉਮਟੈ। ਔਰ ਜਿਹੜੇ 12 ਸੂਰਜ 12 ਰਾਸਾਂ ਦੇ ਸਭ ਕਹਿੰਦੇ ਮੁੰਡੇ ਹਨ। ਮਿਥੁਨ ਕਰਕ ਜਿਨ੍ਹਾਂ ਦੇ ਨਾਂ ਰਾਸਾਂ ਦੇ ਹਨ, ਕਰਕ ਸਿੰਘ ਧਨਾਦਿਕ। ਬਸ ਰਾਵਣ ਕੇ ਜਿਨਹੂ ਵਿੱਚ ਲਾਏ। ਜਿਨ੍ਹਾਂ ਨੇ ਕਹਿੰਦੇ ਰੌਣਾਲਿਕ ਬਸ ਕੀਤੇ ਹੋਏ ਸੀ ਉਹ ਵੀ ਖੰਡਾ ਦਿੱਤੇ। ਭੇਦ ਲਹਿਓ ਨਹੀਂ ਨੈਕ ਚੱਲੇ। ਕਹਿੰਦੇ ਉਹਨਾਂ ਨੇ ਥੋੜਾ ਮਾਤਰ ਕੋਈ ਭੇਦ ਨਹੀਂ ਲਿਆ ਹੈ, ਸਗੋਂ ਚੱਲ ਪਏ ਹਨ। ਮਦ ਮਤ ਸੋ ਸ਼ਾਮ ਪੈ ਘੂਮਤ ਧਾਏ। ਜਿੰਨੇ ਦੇਵ ਤੇ ਇੰਦਰ ਸਮੇਤ ਕਹਿੰਦੇ ਮਦ ਵਿੱਚ ਨਸ਼ੇ ਵਿੱਚ ਮਸਤ ਹੋਏ ਕ੍ਰਿਸ਼ਨ ਜੀ ਦੇ ਉੱਪਰ ਘੂਮਦੇ ਹੋਏ ਗੱਜਦੇ ਹੋਏ ਆ ਗਏ ਹਨ ਧਾਵਾ ਜਾ ਕਰਕੇ। ਸਵਈਆ ਆਵਤ ਹੀ ਮਿਲ ਕੇ ਸਭ ਹੂੰ। ਆਉਂਦਿਆਂ ਸਾਰਿਆਂ ਨੇ ਮਿਲ ਜੁੜ ਕੇ ਜਦ ਵੀਰ ਕੇ ਉੱਪਰ ਸਿੰਦਰ ਪੇਲੇ। ਕਹਿੰਦੇ ਕ੍ਰਿਸ਼ਨ ਜੀ ਦੇ ਉੱਪਰ ਜਿਹੜੇ ਬੜੇ ਬੜੇ ਹਾਥੀ ਹਨ ਉਹ ਕਹਿੰਦੇ ਧੱਕਦੇ ਹਨ, ਉਹ ਚੜਾਤੇ ਹਨ। ਪੰਖ ਸੁਮੇਰ ਚੱਲੇ ਕਰਕੇ। ਇਹ ਜਿਹੜਾ ਹਾਥੀ ਹੈ ਉਹਨਾਂ ਤੇ ਬਹੁਤ ਕਹਿੰਦੇ ਸੋਨਾ ਸੋਨਾ ਮੜਿਆ ਪਿਆ। ਪਾਲਕੀਆਂ ਮਾਰੀਆਂ ਸੋਨੇ ਦੀਆਂ, ਟਲ ਟੁਲ ਜੇ ਸੰਗਲ ਸੰਗਲ ਜੇ ਸਭ ਸੋਨੇ ਦੇ। ਤੇ ਉਹ ਜਿਹੜੇ ਹਾਥੀ ਹੈ ਕਹਿੰਦੇ ਜਿਵੇਂ ਸਵੇਰ ਪਰ ਸੋਨੇ ਦਾ ਖੰਭ ਲਾ ਕੇ ਉੱਠ ਕੇ ਚੱਲਿਆ ਹੋਵੇ, ਉਹ ਹਾਥੀ ਕਹਿੰਦੇ ਸਵੇਰ ਪਰਬਤ ਸੋਨੇ ਦੇ ਚਲੇ ਆ ਰਹੇ ਹਨ। ਰਿਸ ਕੇ ਰਿਸ ਸੋ ਜਿਨ ਕੇ ਰਿਸ ਸੋ ਟੁਕ ਦਾਂਤ ਕਠੇਲੇ। ਇਹਨਾਂ ਦੇ ਕਰੜੇ ਜੇ ਦੰਦ ਹੈ ਕਹਿੰਦੇ
ਤੇ ਗੁੱਸੇ ਨਾਲ ਕਹਿੰਦੇ ਟੁਕੜੇ ਟੁਕੜੇ ਕਰ ਸੁੱਟਣ ਵਾਲੇ ਉਹ ਹਾਥੀ ਇਹੋ ਜਿਹੇ ਆ। ਸੁੰਡ ਘਟੇ ਤਿੰਨ ਕੇ ਬ੍ਰਿਜਨਾਥ। ਇਧਰ ਕ੍ਰਿਸ਼ਨ ਜੀ ਨੇ ਜਿਹੜੇ ਹਾਥੀ ਜੇ ਬੜੇ ਬੜੇ ਭੇਦੇ ਸੀ, ਉਸ ਵੇਲੇ ਕਹਿੰਦੇ ਪਹਿਲਾਂ ਤਾਂ ਉਹਨਾਂ ਦੇ ਸੁੰਡ ਜੇ ਕੱਟ ਵੱਢ ਦਿੱਤੇ। ਕਿਰਪਾ ਨਿਧ ਸੋ ਝਟ ਦੈ ਜਿਮ ਪਕੇਲੇ। ਹਾਂ, ਕਿਰਪਾ ਦੇ ਖਜ਼ਾਨੇ ਨੇ। ਜਿਸ ਤਰ੍ਹਾਂ ਕਹਿੰਦੇ ਕੇਲਿਆਂ ਨੂੰ ਕੱਟ ਕੇ ਸੁੱਟ ਦੇਈਦਾ ਨਾ ਸੌਖੇ ਢੰਗ ਨਾਲ, ਉਹ ਹਾਥੀਆਂ ਦੇ ਸੁੰਡ ਜੇ ਕੱਟ ਕੇ ਸਿੱਟ ਦਿੱਤੇ ਹਨ। ਸ੍ਰੌਨ ਭਰੇ ਰਮਨੀय ਰਮਾਪਤ। ਉਸ ਵੇਲੇ ਉਹ ਜਿਹੜੇ ਖੂਨ ਨਾਲ ਭਰੇ ਹੋਏ ਬੜੇ ਸੋਹਣੇ ਬਣੇ ਹੋਏ ਹੈ, ਤੇ ਉਹ ਸੋਹਣੇ ਜਿਹੇ ਬਣੇ ਹੋਏ ਆਉਣ ਲੱਗਦੇ ਜਿਵੇਂ ਕੋਈ ਰਮਾਪਤ ਕੀ ਧਨੀ ਲੋਕ, ਅਮੀਰ ਲੋਕ। ਫਾਗੁਨ ਅੰਤ ਬਸੰਤ ਮੈਂ ਐਸੇ ਖੇਲੇ। ਜਿਵੇਂ ਫੱਗਣ ਦੇ ਮਹੀਨੇ ਤੇ ਅਖੀਰ ਤੇ ਉਹ ਇਕੱਠੇ ਹੋ ਕੇ ਅਮੀਰ ਲੋਕ ਮਾਇਆ ਤੋਂ ਹੋਲੀ ਖੇਡਦੇ ਹੋਣ, ਇਸ ਤਰ੍ਹਾਂ ਉਹ ਦਿਸ ਰਹੇ ਹਨ। ਸਵਈਆ ਸ੍ਰੀ ਬ੍ਰਿਜ ਨਾਇਕ ਬੈਰਨ ਸੋ। ਕ੍ਰਿਸ਼ਨ ਭਗਵਾਨ ਬੈਰੀਆਂ ਦੇ ਨਾਲ ਜਬ ਹੀਰ ਸਮਾਂਡ ਕੀਓ ਖਰਕਾ। ਜਦੋਂ ਕਹਿੰਦੇ ਗੁੱਸਾ ਜਾ ਕਰਕੇ ਤਿਉ ਖੜਕਾ ਦੜਚਾ ਜਾ ਕੀਤਾ ਬੈਰੀਆਂ ਨਾਲ। ਬਹੁ ਵੀਰ ਭਏ ਬਿਨ ਪ੍ਰਾਨ ਤਬੈ। ਬਹੁਤੇ ਸੂਰਬੀਰ ਬਿਨਾ ਪ੍ਰਾਣਾ ਤੋਂ ਤਦੋਂ ਹੋ ਗਏ ਹਨ। ਜਬ ਨਾਦ ਪ੍ਰਚੰਡ ਸੁਨਿਓ ਹਰ ਕਾ। ਜਦੋਂ ਕ੍ਰਿਸ਼ਨ ਭਗਵਾਨ ਦਾ ਆਵਾਜ਼ਾ ਕਹਿੰਦੇ ਬੜਾ ਤਿੱਖਾ ਤਰਾਰਾ ਸੁਣਿਆ। ਜਦ ਵੀਰ ਫਿਰਾਵਤ ਭਇਓ ਗਹਿ ਕੈ। ਜਿਹੜੇ ਕੋਈ ਕ੍ਰਿਸ਼ਨ ਭਗਵਾਨ ਜੀ ਹਾਥੀ ਜੇ ਫੜ ਫੜ ਕੇ ਉਹਨਾਂ ਨੇ ਉਹ ਫਰਾਉਂਦੇ ਆ, ਘੁਮਾਉਂਦੇ ਹਨ। ਗਜ ਸੁੰਡਨ ਸੋ ਭਰ ਕੈ ਕਰ ਕਾ। ਜਿਹੜੇ ਬੜੇ ਬਲ ਵਾਲੇ ਹਾਥੀ ਉਹਨਾਂ ਨੂੰ ਹੱਥ ਤੇ ਬਲ ਨਾਲ ਉਹ ਫੜ ਫੜ ਕੇ ਘੁਮਾਉਂਦੇ ਹਨ। ਉਪਮਾ ਉਪਜੀ ਕੱਬ ਕੇ ਮਨ ਯੋ। ਇਹ ਸ਼ਾਮ ਕਵੀ ਦੇ ਮਨ ਦੇ ਵਿੱਚ ਹਾਥੀ ਘੁਮਾਉਂਦਿਆਂ ਨੂੰ ਦੇਖ ਕੇ ਕਹਿੰਦੇ ਸਾਡੇ ਮਨ ਵਿੱਚ ਉਪਮਾ ਪੈਦਾ ਹੋਇਆ ਹੀ ਹੈ। ਕਿਸੂਆ ਮਨ ਫੇਰਤ ਹੈ ਲੜਕਾ। ਜਿਵੇਂ ਛੋਟੇ ਛੋਟੇ ਬੱਚੇ ਜੇ ਕਹਿੰਦੇ ਉਹ ਆਪਣੇ ਹੱਥ ਵਿੱਚ ਉਹ ਕਿਸੂਆ ਕੀ ਅੱਗ ਦੀ ਚੁਆਤੀ ਜੀ ਲੈ ਲੈ ਕੇ ਘੁਮਾਉਂਦੇ ਹੁੰਦੇ ਹੈ, ਜਾਂ ਇਸੇ ਤਰ੍ਹਾਂ ਕਿਸੂਆ ਮਨੂੰ ਫੇਰਤ ਹੈ ਲੜਕਾ। ਜਿਵੇਂ ਉਹ ਕੋਈ ਉਹ ਮਲਟੀ ਜੀ ਘੁਮਾਉਂਦੇ ਹੁੰਦੇ ਆ, ਜਿਵੇਂ ਗੱਤਕੇ ਵਾਲੇ ਜੇ ਘੁਮਾਉਂਦੇ ਹੁੰਦੇ ਮਲਟੀਆਂ ਜੀਆਂ, ਉਹ ਕਹਿੰਦੇ ਕੋਈ ਜਿਵੇਂ ਮਲਟੀ ਬੱਚੇ ਘੁਮਾਉਂਦੇ ਜਾਂ ਅੱਗ ਦੀ ਚੁਆਤੀ ਜਿਵੇਂ ਲੈ ਕੇ ਘੁਮਾਉਂਦੇ ਹੁੰਦੇ ਹੈ, ਇਸ ਤਰ੍ਹਾਂ ਹਾਥੀਆਂ ਨੂੰ ਘੁਮਾਈ ਜਾਂਦੇ ਕ੍ਰਿਸ਼ਨ ਜੀ। ਸਵਈਆ ਜੀਵਤ ਸੋ ਨ ਦਇਓ ਗ੍ਰਹਿ ਜਾਨ। ਕੋਈ ਵੀ ਘਰ ਦੇ ਵਿੱਚ ਜਾਉਂਦਾ ਨਹੀਂ, ਫਿਰ ਜਾਣ ਦਿੱਤਾ ਹੈ। ਸੋ ਜੋ ਬ੍ਰਿਜਨਾਥ ਕਿਸਾਮ ਹੈ ਆਏ। ਜਿਹੜਾ ਵੀ ਕ੍ਰਿਸ਼ਨ ਜੀ ਦੇ ਸਾਹਮਣੇ ਆ ਗਿਆ, ਹਾਥੀ ਆ ਗਿਆ ਜਾਂ ਕੋਈ ਦੇਵਤਾ ਆ ਗਿਆ ਹੈ। ਜੀਤ ਸੁਰੇਸ਼ ਦਿਵਾਕਰ ਦਵਾਦਸ। ਜਿਹੜੇ ਇੰਦਰ ਨੂੰ ਵੀ ਜਿੱਤ ਲਿਆ, ਜਿਹੜੇ 12 ਸੂਰਜ ਉਹਨਾਂ ਨੂੰ ਵੀ ਜਿੱਤ ਲਿਆ ਹੈ। ਆਨੰਦ ਕੈ ਚਿਤ ਸੰਖ ਬਜਾਇਓ। ਆਪਣੇ ਚਿੱਤ ਵਿੱਚ ਬੜਾ ਆਨੰਦ ਜਾ ਪ੍ਰਗਟ ਕਰਕੇ ਕ੍ਰਿਸ਼ਨ ਜੀ ਨੇ ਫਿਰ ਮੂੰਹ ਵਿੱਚ ਲੈ ਕੇ ਸੰਖ ਜਾ ਬਜਾਇਆ। ਰੂਖ ਚੱਲੋ ਤੁਮ ਹੀ ਹਮਰੇ ਗ੍ਰਹਿ ਲੈ। ਹਾਂ, ਗ੍ਰਹਿ ਕਹਿੰਦੇ ਉਸ ਵੇਲੇ ਉਹ ਕਲ ਬਿਰਖ ਦਰਖਤ ਨੂੰ ਕਿਹਾ ਤੂੰ ਵੀ ਸਾਡੇ ਘਰ ਦੇ ਵਿੱਚ ਚੱਲ ਲੈ। ਉਨ ਕੋ ਇਹ ਭਾਤ ਸੁਨਾਇਓ। ਤੇ ਉਹ ਦਰਖਤ ਨੂੰ ਲੈ ਕੇ ਇਸ ਤਰ੍ਹਾਂ ਇਹ ਸੁਣਾਇਆ। ਸੋ ਤਰ ਲੈ ਹਰ ਸੰਗ ਚੱਲੇ। ਕਹਿੰਦੇ ਉਹ ਜਿਹੜਾ ਦਰਖਤ ਜਾ ਲੈ ਕੇ ਕਲ ਬਿਰਛ ਪਾਰਜਾਤ ਗੋਪੀ ਲੈ ਆਇਆ। ਮਿੰਦਰਾ ਬਨ ਮੈਂ ਰੰਗ ਕੀਆ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਵੀ ਆ ਗੋਪੀ ਵਾਸਤੇ ਔਰ ਕੌਣੀ ਵਾਸਤੇ ਪਾਰਜਾਤ ਰੱਖ ਲਿਆ ਸੀ, ਉਹ ਵਿਹੜੇ ਵਿੱਚ ਲਿਆ ਕੇ ਲਾਤਾ ਸੀ।
ਇਸ ਤਰ੍ਹਾਂ ਕਹਿੰਦੇ ਉਹ ਕ੍ਰਿਸ਼ਨ ਕਲੇ ਬਿਰਸ਼ ਪਾਰਜਾਤ ਲੈ ਕੇ ਚੱਲ ਪਏ। ਸੁਖ ਬਿਦਨ ਭੀਤਰ ਸ਼ਾਮ ਬਨਾਇਓ। ਇਹ ਜਿਹੜਾ ਸ਼ਾਮ ਕਵੀ ਹੈ ਉਸਨੇ ਇਸ ਪ੍ਰਸੰਗ ਨੂੰ ਸੋਹਣੀਆਂ ਕਵਿਤਾ ਵਿੱਚ ਬਣਾਇਆ ਹੈ। ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਹਿ। ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਰੁਕਮਣੀ ਦੇ ਘਰ ਦੇ ਵਿੱਚ ਆਵਤ ਭੇਤਰ ਸੁੰਦਰ ਲੈ ਕੇ। ਜਿਹੜਾ ਸਵਰਗ ਦਾ ਸੋਹਣਾ ਕਲ ਬਿਰਸ਼ ਦਰਖਤ ਹੈ ਉਹਨੂੰ ਲੈ ਕੇ ਆਏ ਹਨ। ਲਾਲ ਲੱਗੇ ਜਿਨ ਧਾਮਨ ਕੋ। ਜਿਨ੍ਹਾਂ ਮਕਾਨਾਂ ਨੂੰ ਚੰਗੇ ਚੰਗੇ ਕੀਮਤੀ ਲਾਲ ਲੱਗੇ ਹੋਏ। ਬ੍ਰਹਮਾ ਰਹਿ ਦੇਖਤ ਜਾਹਿ ਲੁਭੈ ਕੈ। ਉਹਨਾਂ ਮਕਾਨਾਂ ਨੂੰ ਦੇਖ ਕੇ ਕਹਿੰਦੇ ਬ੍ਰਹਮਾ ਵੀ ਕਹਿੰਦੇ ਲਵਾਏਮਾਨ ਹੋ ਰਹਿੰਦਾ ਹੈ। ਤੌਨ ਸਮੈ ਸੋ ਸ਼ਾਮ ਕਥਾ। ਕਹਿੰਦੇ ਉਸ ਸਮੇਂ ਜਿਹੜੀ ਇਹ ਸ਼ਾਮ ਜੀ ਦੀ ਕਥਾ ਕ੍ਰਿਸ਼ਨ ਜੀ ਦੀ ਕਥਾ ਹੈ। ਜਦ ਵੀਰ ਕਹੀ ਤਿੰਨ ਕੌਸ ਸੁਨੈ ਕੈ। ਕਹਿੰਦੇ ਰੁਕਮਣੀ ਨੂੰ ਇਸ ਤਰ੍ਹਾਂ ਕਹਿੰਦੇ ਉਹ ਘਰ ਵਿੱਚ ਆ ਕੇ ਸਾਰੀ ਕਥਾ ਸੁਣਾਉਣਾ ਕੀਤੀ ਹੈ। ਇਹ ਦੇਖ ਲਾ ਰੁਕਮਣੀ ਆ ਤੇਰੇ ਵਾਸਤੇ ਮੈਂ ਇੰਦਰ ਦੇਵਤੇ ਨਾਲ ਜੰਗ ਜੁੱਧ ਕਰਕੇ ਕਲ ਬਿਰਸ਼ ਲੈ ਕੇ ਆਇਆ। ਸੋ ਕਬ ਸ਼ਾਮ ਕਬਿਤਨ ਬੀਚ। ਕਹਿੰਦੇ ਉਹ ਜਿਹੜੀ ਕਥਾ ਹੈ ਸ਼ਾਮ ਕਵੀ ਜੀ ਕਹਿੰਦੇ ਅਸੀਂ ਕਪਿਤ ਛੰਦਾਂ ਵਿੱਚ ਕਹੀ ਸੁਨਿਓ ਸਭ ਹੇਤ ਵਡੈ ਕੈ। ਆਖੀ ਹੈ ਕਥਨ ਕੀਤੀ ਹੈ ਜਿਵੇਂ ਸੁਣੀ ਸੀ ਸਾਰਾ ਕਹਿੰਦੇ ਪ੍ਰੇਮ ਵਧਾ ਕੇ ਉਹਨੂੰ ਸੁਣਾਉਣਾ ਕੀਤਾ ਤੁਹਾਨੂੰ। ਇਤ ਸ੍ਰੀ ਦਸਮ ਸਿਕੰਦੇ ਪੁਰਾਣੇ ਬਚਿੱਤਰ ਨਾਟਕੇ ਕ੍ਰਿਸ਼ਨਾਵਤਾਰੇ ਇੰਦਰ ਕੋ ਜੀਤ ਕਰ ਕਲਪ ਬ੍ਰਿਸ਼ ਲਿਆਵਤ ਭਏ। ਸਵਾਏ ਮਾਨ ਜੋ ਭਾਗਵਤ ਪੁਰਾਣ ਦਾ 10ਵਾਂ ਸਕੰਦ ਹੈ ਵਿਚਿੱਤਰ ਨਾਟਕ ਤਰ੍ਹਾਂ ਤਰ੍ਹਾਂ ਪ੍ਰਸੰਗਾਂ ਵਾਲਾ ਜਿਹੜਾ ਇਹ ਕ੍ਰਿਸ਼ਨ ਅਵਤਾਰ ਦਾ ਗ੍ਰੰਥ ਹੈ। ਜਿਵੇਂ ਇੰਦਰ ਨੂੰ ਜਿੱਤ ਕੇ ਤੇ ਕਲ ਬਿਰਸ਼ ਲਿਆਂਦਾ ਤੇ ਰੁਕਮਣੀ ਦੇ ਵਿਹੜੇ ਵਿੱਚ ਲਾ ਦਿੱਤਾ ਉਹ ਪ੍ਰਸੰਗ ਇੱਥੇ ਇਤੀ ਹੋਇਆ ਸਮਾਪਤ ਹੋਇਆ ਹੈ। ਰੁਕਮਨ ਸਾਥ ਕਾਨ ਜੀ ਹਾਸੀ ਕਰਨ ਕਥਨ। ਇਸ ਤਰ੍ਹਾਂ ਕਹਿੰਦੇ ਕਿਸੇ ਦਿਨ ਉਹ ਜਿਹੜੀ ਰੁਕਮਣੀ ਹੈ ਜਿਹਦੇ ਵਿਹੜੇ ਵਿੱਚ ਲਿਆ ਕੇ ਕਲ ਬਿਰਸ਼ ਲਾਇਆ ਸੀ ਜਿਵੇਂ ਉਹਦੇ ਨਾਲ ਕ੍ਰਿਸ਼ਨ ਜੀ ਨੇ ਕਹਿੰਦੇ ਹਾਸੀ ਜੀ ਕੀਤੀ ਟਿਚਰ ਮਖੌਲ ਜਾ ਕੀਤਾ ਹਾਸਾ ਜਾ ਕੀਤਾ ਉਹ ਪ੍ਰਸੰਗ ਕਥਨ ਕਰਦੇ ਹਾਂ। ਇਹ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਕ੍ਰਿਸ਼ਨ ਜੀ ਨੇ ਜਿਵੇਂ ਮਖੌਲ ਜਾ ਕੀਤਾ ਪ੍ਰਸੰਗ ਲਿਖਿਆ ਉਹੀ ਕਥਨ ਕਰ ਰਹੇ ਆਪ ਜੀ। ਹੁਣ ਸਵਈਆ ਸ੍ਰੀ ਬ੍ਰਿਜਨਾਥ ਕਹਿਓ ਤ੍ਰੀਸੋ। ਇੱਕ ਦਿਨ ਜਿਹੜੀ ਆ ਰੁਕਮਣੀ ਆਪਣੀ ਪਤਨੀ ਉਹਦੇ ਸਾਥ ਕ੍ਰਿਸ਼ਨ ਜੀ ਨੇ ਹੋ ਕਿਹਾ ਮੋਹ ਭੋਜਨ ਗੋਪਨ ਧਾਮ ਕਰਿਓ। ਕਹਿੰਦੇ ਵੀ ਮੈਂ ਤਾਂ ਵੇਖ ਲੈ ਹੋ ਜਾਏ ਗੋਲਿਆਂ ਦੇ ਘਰ ਦੇ ਵਿੱਚ ਕਹਿੰਦੇ ਰੋਟੀਆਂ ਖਾਂਦਾ ਰਹੇ ਗਵਾਲਿਆਂ ਦੀਆਂ ਰੋਟੀਆਂ ਖਾ ਕੇ ਪਲਿਆ ਹੋਇਆ ਗਰੀਬ। ਸੁਨ ਸੁੰਦਰ ਤਾ ਦਿਨ ਤੇ ਹਮਰੋ। ਕਹਿੰਦੇ ਸੁਣ ਲਾ ਸੁੰਦਰ ਤਰੀਮ ਉਸ ਦਿਨ ਤੋਂ ਬਿਚਿਆ ਦਦ ਕੋ ਫੁਨ ਨਾਮ ਪਰਿਓ। ਫਿਰ ਮੇਰਾ ਕਹਿੰਦੇ ਦੁੱਧ ਵੇਚਣ ਵਾਲਾ ਨਾਮ ਕਹਿੰਦੇ ਗਵਾਲਾ ਪੈ ਗਿਆ ਵੀ ਇਹ ਦੁੱਧ ਵੇਚਣ ਵਾਲਾ ਗੁੱਜਰ ਹੈ। ਜਬ ਸਿੰਧ ਜਰਾ ਦਲ ਸਾਜ ਚੜਿਓ। ਕਹਿੰਦਾ ਹੋਰ ਕੀ ਸੁਣਾਵਾਂ ਮੈਨੂੰ ਆਪਣੇ ਡਰਪੋਕ ਪੁਣੇ ਦੀ ਕਹਿਰ ਲੋਕਾਂ ਦੇ ਪੁੱਟਣੇ ਦਾ ਰਾਜਾ ਸੰਧ ਜਰਾ ਚੜ ਕੇ ਦਲ ਸਾਜ ਕੇ ਆ ਗਿਆ ਸੀ ਨਾ। ਭੱਜ ਗਏ ਤਬ ਨੈਕ ਨਤੀਰ ਧਰਿਓ। ਅਗਲਾ ਮੈਂ ਡਰਪੋਕ ਜਿਹਾ ਹੋ ਕੇ ਰੁਕਮਣੀ ਭੱਜ ਗਿਆ ਸੀ ਤੇ ਉਹ ਕਹਿੰਦੇ ਇੰਨਾ ਮੈਂ ਡਰਿਆ ਸੀ ਧੀਰਜ ਨਹੀਂ ਧਾਰਿਆ ਸੀ। ਤੇ ਤੁਮਰੀ ਮਤ ਕੋ ਅਬ ਕਾ। ਕਹਿੰਦੇ ਇਸ ਕਰਕੇ ਹੇ ਰੁਕਮਣੀ ਤੂੰ ਕਿਸੇ ਰਾਜੇ ਦੀ ਸੁਪੁੱਤਰੀ ਹੋਵੇ ਤੇਰੀ ਜਿਹੜੀ ਅਕਲ ਮੱਤ ਹੈ
का कहिए हम सौ कह आन बरियो। ਵੇ ਕੀ ਹੈ ਤੇਰੀ ਅਕਲ ਮਤ ਨੂੰ ਆਖੀਏ ਵੇ ਮੇਰੇ ਵਰਗੇ ਨੂੰ ਕੈ ਡਰਪੋਕ ਨੂੰ ਗੁਜਰ ਨੂੰ ਲੈ ਤੂੰ ਆ ਕੇ ਭਰ ਲਿਆ। राज समाज नहीं सुन सुंदर। ਤੂੰ ਸੁਣ ਲਾ ਮੇਰੇ ਕੋਲ ਰਾਜ ਭਾਗ ਨਹੀਂ ਹੈ ਕੁਝ ਵੀ ਸਾਜੋ ਸਮਾਨੀ ਰਾਜਾ ਮਹਾਰਾਜਾ ਵਾਲਾ। ना धन काहू ते मांग लियो ਨਾ है। ਮੇਰੇ ਕੋਲ ਕੋਈ ਧਨ ਹੈ ਨਾ ਕਦੇ ਕੋਈ ਮੰਗ ਕੇ ਲਿਆਉਣ ਵਾਲਾ ਹੀ ਹੈ ਮੈਂ ਮੰਗਣ ਮੈਂ ਨਹੀਂ ਜਾਣਦਾ। सूर नहीं जिन त्याग के आपनो। ਫਿਰ ਕਹਿੰਦੇ ਮੈਂ ਕੋਈ ਸੂਰਬੀਰ ਵੀ ਨਹੀਂ ਹੈ ਮੈਂ ਤਾਂ ਏਡਾ ਬਰੂਕ ਹੈ ਆਪਣਾ ਜਿਹੜਾ ਆ ਮਥੁਰਾ ਸ਼ਹਿਰ ਜਿੱਥੇ ਮੈਂ ਜੰਮਿਆ ਸੀ ਉਸ ਨੂੰ ਛੱਡ ਕੇ। देश समुंदर मबास है कयो है। ਆ ਕਹਿੰਦੇ ਸਮੁੰਦਰ ਵਿੱਚ ਆ ਕੇ ਮੈਂ ਡਰਦੇ ਨੇ ਨਿਵਾਸ ਕੀਤਾ ਇੱਥੇ ਰਹਿ ਰਿਹਾ ਡਰਦਾ ਜਰਾਸੰਧ ਤੋਂ। चोर परियो मन को फुन नाम। ਫਿਰ ਮੈਂ ਜਿਹੜਾ ਉਹ ਸਤਰਾਜਿਤ ਸੀ ਨਾ ਜਾਦਵ ਉਹਦੀ ਮੈਂ ਮਣੀ ਜੀ ਚੁਰਾ ਲਈ ਸੀ ਤਦੋਂ ਤੋਂ ਮੇਰਾ ਨਾਮ ਕਹਿੰਦੇ ਲੋਕਾਂ ਵਿੱਚ ਚੋਰ ਪੈ ਗਿਆ। सो याही ते क्रोधत भ्रात भयो है। ਇਸੇ ਕਰਕੇ ਮੇਰਾ ਜਿਹੜਾ ਵੱਡਾ ਭਰਾ ਬਲਰਾਮ ਮੇਰੇ ਤੇ ਕ੍ਰੋਧਵਾਨ ਹੋ ਗਿਆ ਸੀ ਓਏ ਤੂੰ ਚੋਰੀ ਕਰਕੇ ਮਣੀ ਤੇ ਲੁਕਾ ਲਈ ਹੈ ਤੇ ਹੁਣ ਤੂੰ ਮੈਨੂੰ ਉਹਦੇ ਵਿੱਚੋਂ ਹਿੱਸਾ ਨਹੀਂ ਦਿੰਦਾ ਹੈ। ਕਹਿੰਦੇ ਉਹ ਗੁੱਸੇ ਹੋ ਗਿਆ ਸੀ ਘਰੋਂ ਨਿਕਲ ਗਿਆ ਸੀ। ताही ते मोह तज के बर आन है। ਇਸ ਕਰਕੇ ਹੈ ਰੁਕਮਣੀ ਮੇਰੇ ਵਰਗੇ ਡਰਪੋਕ ਨੂੰ ਚੋਰ ਨੂੰ ਗਵਾਲੇ ਨੂੰ ਦੁੱਧ ਵੇਚਣ ਵਾਲੇ ਨੂੰ ਛੱਡ ਕੇ ਹੋਰ ਨੂੰ ਕੋਈ ਬਰ ਲਾਏ। तेरो कछु अब लौ न गयो है। ਤੇਰਾ ਤਾਂ ਜੀ ਕੁਝ ਨਹੀਂ ਗੁਆਚਿਆ ਹੈ ਤੇਰੇ ਘਰੇ ਕੋਈ ਪੁੱਤ ਧੀਤਾ ਨਹੀਂ ਨਾ ਹੋਇਆ ਇਸ ਕਰਕੇ ਤੂੰ ਹੋਰ ਕੋਈ ਵਿਆਹ ਸਕਦੀ ਨਾ ਬਣ ਸਕਦੀ ਹੈ। रुकमनी बाच सखी सो सवैया। ਤਾਂ ਜਦੋਂ ਮੁਖਣਾ ਉਹ ਮਖੌਲ ਜਾ ਕਰ ਦਿੱਤਾ ਕਹਿੰਦੇ ਰੁਕਮਣੀ ਨੇ ਆਪਣੀਆਂ ਸਖੀਆਂ ਦੇ ਸਾਥ ਫਿਰ ਕਿਹਾ। चिंत करी हम सौ मन में। ਉਸ ਵੇਲੇ ਰੁਕਮਣੀ ਆਪਣੇ ਮਨ ਦੇ ਵਿੱਚ ਇਹਨੇ ਬੜੀ ਚਿੰਤਾ ਜੀ ਕੀਤੀ ਹੈ। न थी जानत श्याम इति कर है। ਸਖੀਆਂ ਨੂੰ ਕਹਿਣ ਲੱਗੀ ਮੈਂ ਇਹ ਗੱਲ ਨਹੀਂ ਜਾਣਦੀ ਸੀ ਵੀ ਕ੍ਰਿਸ਼ਨ ਜੀ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਨਗੇ। बर मोह तज के तुम आनह को। ਲੈ ਮੈਨੂੰ ਸਿੱਧਾ ਕਹੀ ਜਾਂਦੇ ਆ ਵੀ ਮੈਨੂੰ ਛੱਡ ਕੇ ਤੂੰ ਹੋਰ ਕਿਸੇ ਨੂੰ ਬਰ ਲਾ ਹੋਰ ਨੂੰ ਕੋਈ ਮਾਲਕ ਪਤੀ ਬਣਾ ਲਾ। बचना एह भांत के उच्चर है। ਇਹ ਸਖੀਓ ਕੀ ਦੱਸਾਂ ਇਸ ਤਰ੍ਹਾਂ ਦੇ ਬਚਨੇ ਕ੍ਰਿਸ਼ਨ ਮੈਨੂੰ ਕਹਿੰਦੇ ਆ। हमरो मरबोई बन्यो एह ठा। ਕਹਿੰਦੇ ਮੇਰਾ ਤਾਂ ਇਸ ਥਾਂ ਤੇ ਹੁਣ ਕਹਿੰਦੇ ਮਰਿਆ ਹੀ ਬਣਦਾ ਇਹ ਵੀ ਮਰੀ ਜਾਵਾਂ। जी है ना आवास अब मर है। ਮੈਂ ਨਹੀਂ ਕਹਿੰਦੇ ਜਿਉਂਦਾ ਰਹਾਂਗੀ ਮੈਂ ਤਾਂ ਹੁਣ ਜ਼ਰੂਰ ਹੀ ਮਰ ਜਾਵਾਂਗੀ। मरबो जो ना जात भले सज। ਸਜਣੀ ਹੈ ਸਖਿਓ ਕੀ ਦੱਸਾਂ ਮੈਥੋਂ ਤਾਂ ਹੁਣ ਮਰਿਆ ਵੀ ਨਹੀਂ ਜਾਂਦਾ ਹੈ। अपने पत सो हठ के जर है। ਆਪਣੇ ਪਤੀ ਦੇ ਨਾਲ ਜਿਵੇਂ ਹਟ ਜਾ ਕਰਕੇ ਕੋਈ ਸੜ ਜਾਂਦੀ ਹੈ ਮੈਥੋਂ ਤਾਂ ਇਸ ਤਰ੍ਹਾਂ ਮਰਿਆ ਵੀ ਨਹੀਂ ਜਾਂਦਾ ਹੈ। ਸਵਈਆ ਤ੍ਰਿਯ ਕਾਨ ਸੁਚਿੰਤਤ ਹੋਏ ਮਨ ਮੈਂ। ਹਾਂ ਜਿਹੜੀ ਰੁਕਮਣੀ ਪਤਨੀ ਹੈ ਕ੍ਰਿਸ਼ਨ ਵੱਲੋਂ ਬੜੀ ਚਿੰਤਾ ਸਹਿਤ ਹੋ ਕੇ ਮਰਬੋਈ ਬਨਿਓ ਚਿਤ ਬੀਚ ਵਿਚਾਰਿਓ। ਹਾਂ ਚਿੱਤ ਵਿੱਚ ਵਿਚਾਰਿਆ ਵੀ ਮੇਰਾ ਤਾਂ ਹੁਣ ਮਰ ਜਾਣਾ ਹੀ ਬਣਦਾ। ਮੋਹ ਸੰਗ ਕਿਉ ਬ੍ਰਿਜਨਾਥ ਅਬੈ। ਕਹਿੰਦੇ ਮੇਰੇ ਨਾਲ ਕ੍ਰਿਸ਼ਨ ਭਗਵਾਨ ਜੀ ਨੇ ਹੋਣਾ। ਕਬ ਸ਼ਾਮ ਕਹੈ ਕਟ ਬੈਨ ਉਚਾਰਿਓ। ਰਾਮ ਕਵੀ ਜੀ ਕਹਿੰਦੇ ਦੇਖੋ ਸਖਿਓ ਮੇਰੇ ਨਾਲ ਕਿਹੋ ਜਿਹਾ ਕਰੜਾ ਵਚਨ ਉਹਨਾਂ ਨੇ ਕਿਹਾ। ਕ੍ਰੋਧ ਸੋ ਖਾਏ ਤਵਾਰ ਧਰਾ ਪਰ। ਔਰ ਕੁਣੀ ਨੂੰ ਇੰਨਾ ਗੁੱਸਾ ਆਇਆ ਕਹਿੰਦੇ ਗੁੱਸਾ ਖਾ ਕੇ ਤੇ ਤਵਾਰ ਉਸ ਵੇਲੇ ਕਹਿੰਦੇ ਚੱਕਰ ਜਿਹਾ ਪੁਆਟਣੀ ਜੀ ਖਾ ਕੇ ਧਰਤੀ ਤੇ ਝੂਮ ਗਿਰੀ ਨਹੀਂ ਨੈਕ ਸੰਭਾਰਿਓ। ਕਹਿੰਦੇ ਝੂਮਦੀ ਹੋਈ ਡਿੱਗ ਪਈ ਹੈ ਪੂਰਾ ਮਾਤਰ ਆਪਣੇ ਨੂੰ ਸੰਭਾਲ ਨਹੀਂ ਸਕੀ ਬੇਹੋਸ਼ ਹੋ ਕੇ ਡਿੱਗ ਪਈ ਹੈ। यो उपमा उपजी जी मैं। ਹਾਂ ਸਾਡੇ ਜੀਵ ਵਿੱਚ ਇਸ ਤਰ੍ਹਾਂ ਦੀ ਜੇ ਉਪਮਾ ਪੈਦਾ ਹੋਈ ਹੈ ਜਨ ਟੂਟ ਗਇਓ ਰੁਖ ਬਿਆਰ ਕੋ ਮਾਰਿਓ। ਜਿਵੇਂ ਹਨੇਰੀ ਦਾ ਮਾਰਿਆ ਹਵਾ ਦਾ ਮਾਰਿਆ ਦਰਖਤ ਕਹਿੰਦੇ ਟੁੱਟ ਕੇ ਡਿੱਗ ਪੈਂਦਾ ਹੈ ਇਸ ਤਰ੍ਹਾਂ ਵਿਚਾਰੀ ਰੁਕਮਣੀ ਡਿੱਗ ਪਈ ਬੇਹੋਸ਼ ਹੋ ਕੇ। ਦੋਹਰਾ ਅੰਕ ਲਿਓ ਭਰ ਕਾਨ ਤੇਹ। ਉਸ ਵੇਲੇ ਕ੍ਰਿਸ਼ਨ ਜੀ ਨੇ ਉਹ ਜਿਹੜਾ ਮਖੌਲ ਜਾ ਕਰਕੇ ਹੋਇਆ
ਹਾਲਤ ਕਰਦੀ ਹੈ, ਕਹਿੰਦੇ ਉਸੇ ਵੇਲੇ ਨੂੰ ਪਕੜ ਲਿਆ ਹੈ। ਦੂਰ ਕਰਨ ਕੋ ਕ੍ਰੋਧ, ਇਹਦਾ ਕਹਿੰਦੇ ਗੁੱਸਾ ਜਾ ਦੂਰ ਕਰਨ ਵਾਸਤੇ ਸਵਾਧਾਨ ਕਰ ਰੁਕਮਨੀ, ਰੁਕਮਣੀ ਨੂੰ ਐਸ ਹੁਸ਼ਿਆਰ ਸਾਵਧਾਨ ਕੀਤਾ ਹੈ। ਜਦ ਪਤ ਕੀਓ ਪ੍ਰਬੋਧ, ਸਾਵਧਾਨ ਕਰਕੇ ਕ੍ਰਿਸ਼ਨ ਜੀ ਨੇ ਰੁਕਮਣੀ ਨੂੰ ਸਮਝਾਇਆ ਬੁਝਾਇਆ ਹੈ। ਸਵਈਆ ਤੇਰੇ ਹੀ ਧਰਮ ਤੇ ਮੈਂ ਸੁਨ ਸੁੰਦਰ, ਕਹਿਣ ਲੱਗਾ ਹੈ ਰੁਕਮਣੀ ਤੇਰੇ ਪਤੀ ਪਰਬਰ ਧਰਮ ਦੇ ਬਲ ਕਰਕੇ ਕੇਸਨ ਤੇ ਗਹਿ ਕੰਸ ਪਛਾਰਿਓ, ਜਿਹੜਾ ਮਸਰਾ ਦਾ ਰਾਜਾ ਕੇਸ ਨੇ ਇਹਨੂੰ ਕੇਸਾਂ ਤੋਂ ਪੜਕਾ ਕੇ ਮੈਂ ਮਾਰਿਆ। ਤੇਰੇ ਪਤੀ ਪਰ ਧਰਮ ਦਾ ਬਲ ਦਾ ਸਦਕੇ ਹੀ ਸਭ ਕੁਝ ਹੋਇਆ ਹੈ। ਤੇਰੇ ਹੀ ਧਰਮ ਤੇ ਸਿੰਧ ਜਰਾ, ਕਹਿੰਦੇ ਤੇਰੇ ਪਤੀ ਪਰ ਧਰਮ ਦੇ ਬਲ ਕਰਕੇ ਜਿਹੜਾ ਪਟਨੇ ਦਾ ਰਾਜਾ ਜਰਾ ਸਿੰਧ ਸੀ, ਸੈਨ ਸਭੈ ਛਿਨ ਮਾਹ ਸੰਘਾਰਿਓ, ਫੌਜ ਦੇ ਸਵੇਰ ਛਿਨ ਵਿੱਚ ਹੀ ਮੈਂ ਮਾਰ ਮੁਕਾਇਆ। ਰਾਜੇ ਤੋਂ ਬਗੈਰ ਸਾਰੀ ਫੌਜ ਨੂੰ ਮੁਗਾ ਦਿੱਤਾ। ਤੇਰੇ ਹੀ ਧਰਮ ਜਿਤਿਓ ਮਗਵਾ, ਤੇਰੇ ਪਤੀ ਧਰਮ ਦੇ ਬਲ ਕਰਕੇ ਮੈਂ ਇੰਦਰ ਨੂੰ ਜਿੱਤ ਕੇ ਆਇਆ ਤੇ ਅਕਲ ਬਿਰਸ਼ ਲੈ ਆਇਆ। ਅਰ ਤੇਰੇ ਹੀ ਧਰਮ ਪੁਮਾਸੁਰ ਮਾਰਿਓ, ਤੇਰੇ ਪਤੀ ਧਰਮ ਦੇ ਬਲ ਕਰਕੇ ਆਪੂ ਮਾਸਟਰ ਦੇ ਤੈਨੂੰ ਮੈਂ ਮਾਰ ਮੁਕਾਇਆ। ਸੋ ਤੋ ਕੀਓ ਉਪਹਾਸ ਅਬੈ, ਕਹਿੰਦੇ ਹੇ ਰਕੁਣੀ ਮੈਂ ਤਾਂ ਐਵੇਂ ਤੈਨੂੰ ਮਖੌਲ ਜਾਈਏ ਕੀਤਾ ਸੀ। ਮੋਹਿਤੈ ਆਪਣੇ ਜੀ ਸਾਚ, ਮੋਹੇ ਤੈ ਆਪਣੇ ਜੀ ਸਾਚ ਵਿਚਾਰਿਓ, ਜਿਹੜਾ ਮਖੌਲ ਜਿਹਾ ਨੂੰ ਸੱਚੇ ਵਿਚਾਰ ਲਿਆ ਵੀ ਜੋ ਮੁਝ ਕਹਿ ਰਹੇ ਵੀ ਸੱਚ ਹੀ ਕਹਿ ਰਹੇ, ਤਾਂ ਮੈਂ ਇੱਕ ਮਖੌਲ ਜਾ ਕੀਤਾ ਸੀ। ਰੁਕਮਨੀ ਬਾਚ ਸਵਈਆ, ਰੁਕਮਣੀ ਨੇ ਫਿਰ ਜੋ ਕੁਛ ਬਚਨ ਕਿਹਾ ਉਹ ਕਥਨ ਕਰ ਰਹੇ ਹਨ। ਯੋ ਪੀ ਕੀ ਤ੍ਰਿਆ ਬਾਤ ਸੁਣੀ, ਆਪਣੇ ਪਤੀ ਭਗਵਾਨ ਜੀ ਦੀ ਗੱਲਬਾਤ ਜੀ ਸੁਣੀ ਹੈ। ਦੁੱਖ ਕੀ ਤਬ ਬਾਤ ਸਭੈ ਬਿਸਰਾਈ, ਫਿਰ ਜਿਹੜੀ ਉਹ ਕ੍ਰਿਸ਼ਨ ਜੀ ਨੇ ਗੱਲਬਾਤ ਜੀ ਕਹੀ ਸੀ, ਦੁੱਖ ਹੋਇਆ ਸੀ, ਉਹ ਸਾਰੀ ਗੱਲਬਾਤ ਜੀ ਭੁਲਾ ਦਿੱਤੀ ਹੈ। ਭੂਲ ਭਰੀ ਪ੍ਰਭ ਕੀਜੈ ਸ਼ਿਮਾ ਮੋਹੇ, ਉਸ ਵੇਲੇ ਕਹਿਣ ਲੱਗੀ ਮਾਰਾ ਮੈਂ ਭੁੱਲ ਗਲਤੀ ਕਰ ਬੈਠੀ, ਮੈਨੂੰ ਮਾਫ ਕਰ ਦਈਏ ਜੀ। ਨਾਰ ਨਿਵਾਏ ਕਨਾਰ ਸੁਨਾਈ, ਗਰਦਨ ਗਿੱਚੀ ਜੀ ਨਿਵਾ ਕੇ ਤੇ ਕ੍ਰਿਸ਼ਨ ਜੀ ਨੂੰ ਇਸ ਤਰ੍ਹਾਂ ਕੀਤਾ ਕਿ ਹੈ ਵੀ ਮੈਂ ਗਲਤੀ ਭੁੱਲ ਕਰ ਬੈਠੀ, ਮਾਫ ਕਰ ਦਈਏ ਜੀ। ਔਰ ਕਰੀ ਉਪਮਾ ਪ੍ਰਭ ਕੀ, ਉਦੋਂ ਬਾਅਦ ਰੁਕਮਣੀ ਨੇ ਫਿਰ ਹੋਰ ਬੜੀ ਮਹਿਮਾ ਕੀਤੀ ਕ੍ਰਿਸ਼ਨ ਜੀ ਦੀ। ਸੁਖ ਬਿਤਨ ਮੈਂ ਬਰਨੀ ਨਹੀਂ ਜਾਈ, ਮਹਾਰਾਜ ਕਹਿੰਦੇ ਉਹ ਤਾਂ ਵਿਕਵਿਤਾ ਵਿੱਚ ਕਥਨ ਨਹੀਂ ਕੀਤੀ ਜਾ ਸਕਦੀ ਹੈ। ਉਤਰ ਦੇਤ ਭਈ ਹੱਸ ਕੇ, ਉਸ ਵੇਲੇ ਬਹੁਤ ਹੀ ਖੁਸ਼ ਹੋ ਕੇ ਹੱਸ ਕੇ ਇਸ ਤਰ੍ਹਾਂ ਜਵਾਬ ਦਿੱਤਾ ਕ੍ਰਿਸ਼ਨ ਜੀ ਨੂੰ, ਹਰ ਮੈਂ ਉਪਹਾਸ ਕੀ ਬਾਤ ਨ ਪਾਈ। ਇਹ ਭਗਵਾਨ ਕ੍ਰਿਸ਼ਨ ਵੀ ਤੁਸੀਂ ਮਖੌਲ ਕਰ ਰਹੇ ਹੋ, ਮੈਂ ਗੱਲ ਸਮਝ ਵਿੱਚ ਨਹੀਂ ਪਾਈ ਹੈ। ਦੋਹਰਾ ਮਾਨ ਕਥਾ ਰੁਕਮਨੀ ਕੀ, ਰੁਕਮਣੀ ਦੇ ਮਾਨ ਕਰਨ ਦੀ ਜਿਹੜੀ ਕਥਾ ਸੀ, ਸ਼ਾਮ ਕਹੀ ਚਿਤ ਲਾ, ਇਹ ਸ਼ਾਮ ਕਵੀ ਨੇ ਐ ਚਿਤ ਲਾ ਕੇ ਆਖੀ, ਜਿਵੇਂ ਪੁਰਾਣ ਵਿੱਚ ਲਿਖਿਆ ਉਵੇਂ ਬਿਆਨ ਕੀਤੀ ਹੈ। ਆਗੇ ਕਥਾ ਸੋ ਹੋਏਗੀ, ਅੱਗੇ ਜਿਹੜੀ ਕੋ ਕਥਾ ਹੋਵੇਗੀ, ਸੁਨਿਆਹ ਪ੍ਰੇਮ ਵਡਾਈ, ਹੋਵੇ ਸਰੋਤੇ ਜਨੋ ਪ੍ਰੇਮ ਵਧਾ ਕੇ ਸੁਣ ਲਵੋ। ਕਬਿਓ ਬਾਚ ਸਵਈਆ, ਸ੍ਰੀ ਜਦ ਬੀਰ ਕੀ ਜੇਤੀ ਤ੍ਰਿਆ, ਹਾਂ ਕਵਿਓ ਬਾਏ ਕਵੀ ਵੱਲੋਂ ਬਚਨ, ਆਪਣੇ ਵੱਲੋਂ ਬਚਨ, ਜਿੰਨੀਆਂ ਵੀ ਇਹ ਕ੍ਰਿਸ਼ਨ ਜੀ ਦੀਆਂ ਪਤਨੀਆਂ ਹਨ, ਸਭ ਕੋ 10 ਪੁੱਤਰ ਦੀਏ, ਕਹਿੰਦੇ ਆਪਣੀ ਸ਼ਕਤੀ ਨਾਲ ਸਾਰੀਆਂ ਨੂੰ ਕਹਿੰਦੇ 10 ਪੁੱਤਰ ਬਖਸ਼ ਦਿੱਤੇ। ਅਰ ਏਕ ਕਰੀ ਦੋਹਤਾ, ਕਹਿੰਦੇ ਇੱਕ ਜਿਹੜੀ ਲੜਕੀ ਹੈ ਉਹ ਵੀ ਕਹਿੰਦੇ ਆਪਣੀ ਸ਼ਕਤੀ ਨਾਲ ਬਖਸ਼ ਦਿੱਤੀ ਹੈ। ਜਿਹਨੇ 10 ਪੁੱਤ ਦੇ ਤੇ ਇੱਕ ਤੜਕੀ ਦੇ ਦਿੱਤੀ ਹੈ। ਤਿੰਨ ਕੇ ਸੋ ਹੁਲਾਸ ਵਡਾਈਏ, ਉਹਨਾਂ ਦੇ
ਸਾਰਿਆਂ ਦੇ ਮਨਾਂ ਵਿੱਚ ਆਨੰਦ ਵਧਾਇਆ, ਸਾਰਿਆਂ ਨੂੰ ਪੁੱਤਰਵੰਤੀਆਂ ਧੀਆਂ ਵਾਲੀ ਬਣਾ ਦਿੱਤਾ। ਸਭ ਕਾਨ ਕੀ ਮੂਰਤ ਸਿਆਮ ਭਨੈ। ਆਏ ਸ਼ਾਮ ਕਵੀ ਜੀ ਕਹਿੰਦੇ ਜਿੰਨੇ ਪੁੱਤਰ ਹਨ, ਜਿੰਨੀਆਂ ਧੂਆਂ, ਸਭ ਦਾ ਸ਼ਕਲ ਸੂਰਤ ਕ੍ਰਿਸ਼ਨ ਵਰਗਾ ਹੀ ਹੈ। ਸਭ ਕੰਧ ਪਟੰਬਰ ਪੀਤ ਲੀਏ। ਸਾਰਿਆਂ ਦੇ ਮੋਢੇ ਤੇ ਪੀਲੇ ਰੰਗ ਦਾ ਬਸਤਰ ਜਾਂ ਰੱਖਿਆ ਹੋਇਆ, ਇਸ ਤਰ੍ਹਾਂ ਕਹਿੰਦੇ ਪੀਲੇ ਬਸਤਰ ਪਹਿਨੇ ਹੋਏ, ਸਭ ਨੇ ਕ੍ਰਿਸ਼ਨ ਰੂਪ ਹੀ ਲੱਗਦੇ ਹਨ। ਕਰੁਣਾ ਨਿਤ ਕੌਤਕ ਦੇਖਨ ਕੋ। ਜੋ ਕਿਰਪਾ ਦੇ ਖਜ਼ਾਨੇ ਕ੍ਰਿਸ਼ਨ ਜੀ ਇਸ ਤਰ੍ਹਾਂ ਦਾ ਕਹਿੰਦੇ ਕੌਤਕ ਦੇਖਣ ਵਾਸਤੇ। ਇਹ ਭੂਪਰ ਆਏ ਚਰਿੱਤਰ ਕੀਏ। ਇਹ ਧਰਤੀ ਉੱਪਰ ਆ ਕੇ ਇਸ ਤਰ੍ਹਾਂ ਦੇ ਚਰਿੱਤਰ ਚੋਜ ਕੀਤੇ ਹਨ ਕ੍ਰਿਸ਼ਨ ਜੀ ਨੇ। ਧਰਤੀ ਉੱਪਰ ਭਗਵਾਨ ਵਿਸ਼ਨੂੰ ਨੇ ਐਸੇ ਰੂਪ ਵਿੱਚ ਆ ਕੇ ਉਹਨਾਂ ਦਾ ਇਹ ਜਿਹੜਾ ਪੁਰਾਣ ਵਿੱਚ ਲਿਖਿਆ ਪ੍ਰਸੰਗ ਉਹ ਬਿਆਨ ਕੀਤਾ ਆਸਾਨ ਹੈ। ਇਤ ਸ੍ਰੀ ਦਸਮ ਸਕੰਦੇ ਪੁਰਾਣੇ ਬਚਿੱਤਰ ਨਾਟਕ ਕ੍ਰਿਸ਼ਨਾਵਤਾਰੇ ਰੁਕਮਨੀ ਉਪਹਾਸ ਸਮਾਪਤ। ਜੋ ਇਹ ਭਾਗਵਤ ਪੁਰਾਣ ਦਾ 10ਵੇਂ ਸਕੰਦ ਵਿੱਚ ਪ੍ਰਸੰਗ ਹੈ। ਇੱਧਰ ਜੋ ਤਰ੍ਹਾਂ ਤਰ੍ਹਾਂ ਦੇ ਪ੍ਰਸੰਗਾਂ ਵਾਲਾ ਕ੍ਰਿਸ਼ਨ ਅਵਤਾਰ ਦਾ ਪੁਸਤਕ ਹੈ। ਰੁਕਮਣੀ ਦੇ ਨਾਲ ਜਿਵੇਂ ਉਪਹਾਸ ਕੀਤਾ, ਵਿਸ਼ੇਸ਼ ਕਰਕੇ ਮਖੌਲਜਾ ਕੀਤਾ, ਉਹ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਇਹਦੇ ਨਾਲ ਹੀ ਅੱਜ ਦਾ ਜੀਵਨ ਵੀ ਸਮਾਪਤ ਹੋ ਰਿਹਾ ਹੈ। ਅੱਗੇ ਜਿਵੇਂ ਕ੍ਰਿਸ਼ਨ ਜੀ ਦਾ ਜਿਹੜਾ ਪੁੱਤਰ ਤੇ ਪ੍ਰਦਮਨ, ਉਹਦਾ ਤਾਂ ਵਿਆਹ ਹੋ ਗਿਆ ਸੀ। ਪ੍ਰਦਮਨ ਦਾ ਅੱਗੇ ਜਿਹੜਾ ਪੁੱਤਰ ਸੀ ਅਨਿਰੁੱਧ, ਯਾਨੀ ਕ੍ਰਿਸ਼ਨ ਜੀ ਦਾ ਪੋਤਰਾ ਸੀ। ਉਹ ਪੋਤਰੇ ਦਾ ਵਿਵਾਹ ਦਾ ਪ੍ਰਸੰਗ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਲਿਖਿਆ ਹੋਇਆ ਹੈ। ਉਸ ਪ੍ਰਸੰਗ ਨੂੰ ਗੁਰੂ ਕਲਗੀਧਰ ਜੀ ਨੇ ਵੀ ਸੋਹਣੀ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜਾਂਗੇ ਜੀ। ਸਭ ਕਾਨ ਕੀ ਮੂਰਤ ਸਿਆਮ ਭਨੈ। ਸਭ ਕੰਧ ਪਟੰਬਰ ਪੀਤ ਲੀਏ। ਕਰੁਣਾ ਨਿਤ ਕੌਤਕ ਦੇਖਨ ਕੋ। ਇਹ ਭੂਪਰ ਆਏ ਚਰਿੱਤਰ ਕੀਏ। ਇਤ ਸ੍ਰੀ ਦਸਮ ਸਕੰਦੇ ਪੁਰਾਣੇ ਬਚਿੱਤਰ ਨਾਟਕ ਕ੍ਰਿਸ਼ਨਾਵਤਾਰੇ ਰੁਕਮਨੀ ਉਪਹਾਸ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश। हे पूरन हे सर्वमय दुख भंजन गुणसार। हे संगी हे निरंकार। हे निर्गुण सब टेक। हे गोविंद हे गुण निधान। जंके सदा भवे। हे अपरंपर हर हरे। है पी हो बनहार। हे संता कै सदा संग निदारायादार। हे ठाकर हाँ दासरो। है निर्गुण गुण नहीं कोय। नानक दीजै नाम दान। रखो हिय परोय। आए प्रभ शरणागति। कृपा निध दयाल। एक अखर हर मन वसत। नानक होत निहाल। वाहिगुरु नाम जहाज है। चढ़े सो तरे पार। जो सरदा कर सेवंदे। गुरु पारे उतारन हार। जो सरदा